ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਡ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵਿੱਚ ਇੱਕ ਸ਼ੀਤ ਯੁੱਧ ਚੱਲਦਾ ਪਿਆ, ਕੋਲਡ ਵਾਰ ਔਰ ਉਹ ਹੈ ਵੋਟਰਸ ਦੀ ਜਿਹੜੀ ਡਿਵੀਜ਼ਨ ਹੋ ਚੁੱਕੀ ਹੈ, ਸੋਚ ਦੀ ਜਿਹੜੀ ਡਿਵੀਜ਼ਨ ਹੋ ਚੁੱਕੀ ਹੈ। ਇਹਦੇ ਸਾਰੀ ਕਿਰਪਾ ਹੈ ਸਾਡੇ ਵੱਡੇ ਵੱਡੇ ਪੋਲੀਟੀਸ਼ੀਅਨਸ ਦੀ, ਜਿਹੜੇ ਇੱਦਾਂ ਦੀਆਂ ਗੱਲਾਂ ਕਰਦੇ ਨੇ ਕਿ ਲੋਕਾਂ ਦੇ ਮਨਾਂ ਦੇ ਵਿੱਚ ਵਿਖਰੇਵੇਂ ਪੈਦਾ ਕਰ ਦਿੰਦੇ ਨੇ। ਵੋਟਾਂ ਤੋੜਦੇ ਤੋੜਦੇ ਲੋਕਾਂ ਨੂੰ ਤੋੜ ਦਿੰਦੇ ਨੇ, ਵੋਟਾਂ ਤੋੜਦੇ ਤੋੜਦੇ ਸਮਾਜ ਨੂੰ ਤੋੜ ਦਿੰਦੇ ਨੇ, ਖਿਲੇਰ ਦਿੰਦੇ ਨੇ। ਹੁਣ ਇਹ ਖਿਲਰਿਆ ਹੋਇਆ ਸਮਾਜ ਕਿਤੇ ਨਾ ਕਿਤੇ ਸੰਦੇਸ਼ ਦਿੰਦਾ ਹੈ ਕੋਲਡ ਵਾਰ, ਸ਼ੀਤ ਯੁੱਧ। ਮਤਲਬ ਇਹ ਕਿ ਲੋਕਾਂ ਦੇ ਮਨਾਂ ਦੇ ਵਿੱਚ ਜੋ ਇੱਕ ਦੂਜੇ ਦੇ ਪ੍ਰਤੀ ਕੁੜੱਤਣ ਪੈਦਾ ਕੀਤੀ ਜਾਂਦੀ ਹੈ, ਰੇਸਿਸ, ਅਮੀਰ ਗਰੀਬ ਦਾ ਫਰਕ, ਇਹ तमाम ਤਰ੍ਹਾਂ ਦੀਆਂ ਗੱਲਾਂ ਜਿੰਨੀ ਮਰਜ਼ੀ ਡਿਟੇਲ ਲੈ ਜਾਓ। ਸੋ ਇਹ ਡਿਟੇਲ ਚੰਗੀ ਨਹੀਂ ਹੁੰਦੀ, ਕਿਉਂਕਿ ਇਹ ਕਿਤੇ ਨਾ ਕਿਤੇ ਆਉਣ ਵਾਲੀ ਜਨਰੇਸ਼ਨ ਦੀ ਸੋਚ ਦੇ ਉੱਤੇ ਇੰਨਾ ਮਾੜਾ ਅਸਰ ਪਾਉਂਦੀ ਆ ਕਿ ਦੁਨੀਆ ਨੂੰ ਤਬਾਹ ਕਰਨ ਦੇ ਵਿੱਚ ਜਿੰਨਾ ਇਹ ਮਾੜੀ ਸੋਚ ਦਾ ਹੱਥ ਹੈ, ਉਹਨਾਂ ਹੱਥ ਇਹ ਬੰਬਾਂ ਤੇ ਗੋਲੀਆਂ ਦਾ ਨਹੀਂ ਹੈਗਾ। ਇਸ ਕਰਕੇ ਜਿੱਥੇ ਸੋਚ ਵਿਗੜੀ ਉੱਥੇ ਸਭ ਕੁਝ ਵਿਗੜ ਗਿਆ। ਇਸੇ ਨੂੰ ਹੀ ਐਕਸਪਰਟ ਕਹਿੰਦੇ ਨੇ ਕਿ ਇੱਕ ਸ਼ੀਤ ਯੁੱਧ ਵਰਗੀ ਸਥਿਤੀ ਪੈਦਾ ਹੋਈ ਹੈ ਅਮਰੀਕਾ ਦੇ ਵਿੱਚ 2024 ਦੀਆਂ ਇਲੈਕਸ਼ਨਸ ਦੇ ਦੌਰਾਨ। ਜਿੱਦਾਂ ਦੀਆਂ ਗੱਲਾਂ ਬਾਤਾਂ ਕੈਂਪੇਨਸ ਦੇ ਵਿੱਚ ਪੋਲੀਟੀਕਲ ਸਟੇਜ ਦੇ ਉੱਤੇ ਕੀਤੀਆਂ ਜਾਂਦੀਆਂ ਨੇ, ਜੋ ਜ਼ਹਿਰ ਉਗਲਿਆ ਜਾਂਦਾ, ਜੋ ਜ਼ਹਿਰ ਥੁੱਕਿਆ ਜਾਂਦਾ ਸਮਾਜ ਦੇ ਵਿੱਚ ਗੱਲਾਂ ਬਾਤਾਂ ਦੇ ਜ਼ਰੀਏ, ਉਹ ਜ਼ਹਿਰ ਸੁਸਾਇਟੀ ਉੱਤੇ ਹੀ ਭਾਰੀ ਪੈਣਾ। ਇਸ ਕਰਕੇ ਸੁਸਾਇਟੀ ਨੂੰ ਸਮਝਦਾਰ ਹੋ ਜਾਣਾ ਚਾਹੀਦਾ ਕਿ ਇਹ ਜਿਹੜੇ ਵੱਡੇ ਵੱਡੇ ਪੋਲੀਟੀਸ਼ੀਅਨਸ ਨੇ, ਇਹ ਤਾਂ ਆਪਣੇ ਆਪਣੇ ਫਾਇਦੇ ਲੈ ਕੇ ਨਿਕਲ ਜਾਣਗੇ, ਆਪਣੀਆਂ ਆਪਣੀਆਂ ਕੁਰਸੀਆਂ ਸਾਂਭ ਲੈਣੀਆਂ ਨੇ। ਭੁਗਤਣਾ ਸਾਡੇ ਬਾਲ ਬੱਚਿਆਂ ਨੂੰ ਪੈਣਾ, ਭੁਗਤਣਾ ਆਉਣ ਵਾਲੀ ਪੀੜ੍ਹੀ ਨੂੰ ਪੈਣਾ, ਭੁਗਤਣਾ ਸਾਰੇ ਸਮਾਜ ਨੂੰ ਪੈਣਾ। ਇਸ ਕਰਕੇ ਇਸ ਜ਼ਹਿਰ ਤੋਂ ਆਪਣੇ ਪਰਿਵਾਰ ਨੂੰ ਕਿੱਦਾਂ ਬਚਾਈਏ, ਜਿਹੜਾ ਇਹ ਬੋਲਦੇ ਨੇ, ਮਨਾਂ ਦੇ ਵਿੱਚ ਵਿਖਰੇਵੇਂ ਪੈਦਾ ਕਰਦੇ ਨੇ, ਆਪਸ ਦੇ ਵਿੱਚ ਸਾਨੂੰ ਇੱਕ ਦੂਜੇ ਨਾਲੋਂ ਤੋੜਦੇ ਨੇ, ਉਹ ਸ਼ੀਤ ਯੁੱਧ ਦੀ ਜਿਹੜੀ ਸਥਿਤੀ ਹੈ ਉਹਨੂੰ ਕਿੱਦਾਂ ਸੋਚਿਆ ਜਾਵੇ, ਕਿੱਦਾਂ ਵਿਚਾਰਿਆ ਜਾਵੇ ਅਤੇ ਕਿੱਦਾਂ ਉਹਦੇ ਵਿੱਚੋਂ ਬਚ ਕੇ ਨਿਕਲਿਆ ਜਾਵੇ। ਕਿਉਂਕਿ ਓਪੀਨੀਅਨ ਪੋਲਸ, ਐਗਜ਼ਿਟ ਪੋਲਸ, ਇਹ ਪੋਲਸ, ਉਹ ਪੋਲਸ, तमाम ਤਰ੍ਹਾਂ ਦੇ ਪੋਲਸ, ਕਿਸੇ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ। ਇਹ 50-50 ਚਾਂਸਿਸ ਨੇ ਜੀ, ਹੁਣ 60-40 ਚਾਂਸਿਸ ਨੇ ਜੀ, ਇਹ ਤਮਾਸ਼ੇ ਚੱਲਦੇ ਹੀ ਰਹਿਣੇ ਨੇ। ਸੋ ਆਪਣੀ ਸੋਚ ਦੇ ਮੁਤਾਬਿਕ ਦੇਖੋ ਕਿ ਇਹ ਜਿਹੜੇ ਤਮਾਸ਼ੇ ਨੇ ਕਿੱਧਰ ਲੈ ਕੇ ਜਾ ਰਹੇ ਨੇ, ਕਿਦੇ ਕਿੰਨੇ ਚਾਂਸਿਸ ਨੇ, ਕਿਦੇ ਕਿੰਨੇ ਚਾਂਸਿਸ ਨੇ, ਦੈਟ ਇਜ਼ ਅ ਡਿਫਰੈਂਟ ਸਟੋਰੀ। ਤੁਹਾਡੇ ਆਪਣੇ ਕਿੰਨੇ ਚਾਂਸਿਸ ਨੇ ਆਪਣੇ ਫਿਊਚਰ ਨੂੰ ਲੈ ਕੇ, ਆਪਣੇ ਪਰਿਵਾਰ ਦੇ, ਆਪਣੇ ਬੱਚਿਆਂ ਦੇ ਫਿਊਚਰ ਨੂੰ ਲੈ ਕੇ ਤੁਹਾਡੇ ਚਾਂਸਿਸ ਕਿੰਨੇ ਸਿਕਿਉਰ ਨੇ, ਉਹ ਦੇਖੋ। ਅਤੇ ਜਿਹੜਾ ਉਹਨਾਂ ਚਾਂਸਿਸ ਨੂੰ, ਜੋ ਤੁਹਾਡੇ ਆਪਣੇ ਪਰਸਨਲ ਚਾਂਸਿਸ, ਤੁਹਾਡੀ ਪਰਸਨਲ ਲਾਈਫ ਨਾਲ ਜੁੜੇ ਹੋਏ ਨੇ, ਉਹਨਾਂ ਚਾਂਸਿਸ ਨੂੰ ਜਿਹੜਾ ਸੁਨਹਿਰੀ ਮੌਕਾ ਦਿੰਦਾ ਹੈ, ਜਿਹੜਾ ਅੱਗੇ ਵਧਾਉਂਦਾ ਹੈ ਨਾ, ਜਿਹੜਾ ਤੁਹਾਡੇ ਸੁਪਨਿਆਂ ਨੂੰ ਸੱਚ ਕਰਦਾ ਹੈ, ਉਹ ਕੈਂਡੀਡੇਟ ਕੌਣ ਹੋ ਸਕਦਾ ਹੈ? ਗੱਲਾਂ ਬਾਤਾਂ ਨਾਲ ਨਹੀਂ, ਸੱਚਮੁੱਚ ਪ੍ਰੈਕਟੀਕਲੀ। ਇਹ ਤੁਸੀਂ ਸੋਚਣਾ। ਇੰਡੀਆ ਇੰਟਰਨੈਸ਼ਨਲ ਕੁਝ ਮੁੱਦੇ ਜੋ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਦੇ ਪਏ ਨੇ। ਟਰੰਪ ਹਾਰਦਾ ਪਿਆ? ਨਹੀਂ, ਟਰੰਪ ਜਿੱਤਦਾ ਪਿਆ। ਨਹੀਂ, ਸਲਿੱਪ ਹੋ ਰਿਹਾ। ਨਹੀਂ, ਉਹਨੇ ਕੱਸ ਕੇ ਫੜਿਆ ਹੋਇਆ, ਪੁਰਾਣਾ ਕਾਗ ਹੈ, ਪੁਰਾਣੇ ਐਕਸਪੀਰੀਅੰਸ ਨੂੰ ਲੈ ਕੇ ਬੈਠਾ। तमाम ਤਰ੍ਹਾਂ ਦੀਆਂ ਗੱਲਾਂ। ਹੈਰਿਸ ਕੋਸ਼ਿਸ਼ ਕਰਦੀ ਪਈ ਹੈ ਬਲੈਕ ਮੈਨ ਵੋਟਰਸ ਨੂੰ ਆਪਣੇ ਵੱਲ ਲਿਆਉਣ ਦੀ, ਲੈਟੀਨੋ ਵੋਟਰਸ ਨੂੰ ਆਪਣੇ ਵੱਲ ਲਿਆਉਣ ਦੀ। ਯੈਸ, ਕਿਉਂਕਿ ਕਿਤੇ ਨਾ ਕਿਤੇ ਵਰਕਿੰਗ ਕਲਾਸ ਵੀ ਆਉਂਦੀ ਆ, ਉਹਨਾਂ ਨੂੰ ਕਿੱਦਾਂ ਆਪਣੇ ਵੱਲ ਲੈ ਕੇ ਆਉਣਾ ਹੈ। ਮੈਕਡੋਨਲਡ ਦੇ ਵਿੱਚ ਗਏ ਹੋਏ ਨੇ ਡੋਨਲਡ ਟਰੰਪ, ਵਰਕਿੰਗ ਕਲਾਸ ਨੂੰ ਇਹ ਦਿਖਾਉਣ ਵਾਸਤੇ ਕਿ ਮੈਂ ਤੁਹਾਡੇ ਵਿੱਚੋਂ ਹੀ ਹਾਂ ਜੀ, ਮੈਂ ਤੁਹਾਡੇ ਵਾਸਤੇ ਸਿੰਪਥੀ ਰੱਖਦਾ। ਆਹ ਦੇਖੋ, ਪੂਰਾ ਦਿਨ ਮੈਂ ਲਾਤਾ, ਜਾਂ ਪੂਰਾ ਦਿਨ ਥੋੜ੍ਹਾ ਕੁਝ ਘੰਟੇ ਲਾ ਦਿੱਤੇ, ਆਹ ਦੇਖੋ। ਅਤੇ ਓਪੋਨੈਂਟਸ ਕਹਿੰਦੇ ਨੇ ਸਭ ਕੁਝ ਝੂਠ, ਤਮਾਸ਼ਾ, ਡਰਾਮਾ। ਸਭ ਨੂੰ ਪਤਾ ਹੈ, ਤੁਸੀਂ ਨਾ ਵੀ ਕਹੋਗੇ ਤਾਂ ਵੀ ਸਭ ਨੂੰ ਪਤਾ ਹੈ। ਡੋਨਲਡ ਟਰੰਪ ਕੋਈ ਮੈਕਡੋਨਲਡ ਦੇ ਵਿੱਚ ਕੰਮ ਥੋੜ੍ਹਾ ਕਰਦੇ ਨੇ, ਉਹ ਤਾਂ ਇੱਕ PR ਸਟੰਟ ਕੀਤਾ, ਜਿੱਦਾਂ ਪਹਿਲਾਂ ਕੀਤਾ ਸੀ। ਉਹ ਨੈਸ਼ਨਲ ਜਿਹੜੀਆਂ ਕਈ ਐਸੀਆਂ ਬਿਲਡਿੰਗਸ ਨੇ ਜਾਂ ਨੈਸ਼ਨਲ ਖਜ਼ਾਨੇ ਨੇ ਜਿੱਥੇ ਵਾਰ ਹੀਰੋਜ਼ ਨੂੰ ਦਫਨਾਇਆ ਹੋਇਆ, ਉੱਥੇ ਵੀ ਜਾ ਕੇ ਫੋਟੋਗ੍ਰਾਫੀ ਕੀਤੀ ਸੀ। ਇਹ ਵੀ ਇੱਕ ਪੋਲੀਟੀਕਲ ਸਟੰਟ ਸੀ। ਸੋ ਇਹ ਚੱਲਦਾ ਪਿਆ। ਕਮਲਾ ਹੈਰਿਸ ਇਸ ਗੱਲ ਨੂੰ ਬਹੁਤ ਜ਼ਿਆਦਾ ਉਭਾਰ ਰਹੇ ਨੇ। ਖੈਰ, ਡੋਨਲਡ ਟਰੰਪ ਵੀ ਉਭਾਰ ਰਹੇ ਨੇ। ਨਾਓ ਦ ਥਿੰਗ ਇਜ਼, ਨਵੇਂ ਵੋਟਰਸ ਤੱਕ ਕਿਵੇਂ ਪਹੁੰਚਣਾ ਹੈ,
ਅਨਡਿਸਾਈਡਡ ਵੋਟਰਸ ਨੂੰ ਆਪਣੇ ਵੱਲ ਕਿਵੇਂ ਲੈ ਕੇ ਆਉਣਾ ਹੈ ਤੇ ਜਿਹੜੇ ਵੋਟਰਸ ਡਿਸਾਈਡ ਕਰ ਚੁੱਕੇ ਨੇ ਉਹਨਾਂ ਨੂੰ ਤੋੜ ਕੇ ਆਪਣੇ ਵੱਲ ਕਿਵੇਂ ਲੈ ਕੇ ਆਉਣਾ। ਤਮਾਸ਼ਾ ਤੇ ਉਹੀ ਹੋਇਆ ਜਿਹੜਾ ਰੋਜ਼ ਆਪਾਂ ਗੱਲ ਕਰਦੇ ਹਾਂ। ਸੋ ਹੈਰਿਸ ਇਸ ਵਕਤ ਬਲੈਕ ਮੈਨ ਵੋਟਰਸ, ਲੈਟੀਨੋਸ ਤੇ ਨਿਊ ਵੋਟਰਸ ਇਹਦੇ ਵੱਲ ਜਾ ਰਹੀ ਆ। ਤੇ ਟਰੰਪ ਦੇ ਬਾਰੇ ਇਹ ਕਹਿੰਦੇ ਨੇ ਕਿ ਕਿਤੇ ਨਾ ਕਿਤੇ ਉਹ ਪਿੱਛੇ ਰਹਿੰਦੇ ਨੇ, ਪਰ ਪੋਲ ਨਵੀਂ ਆ ਜਾਂਦੀ ਹੈ, ਕਹਿੰਦੇ ਨੇ ਨਹੀਂ ਜੀ ਹੁਣ ਅੱਗੇ ਨਿਕਲ ਗਏ ਨੇ। ਵਾਟ ਐਵਰ। ਨਾਓ ਮੇਨ ਥਿੰਗ ਆ ਹੈ ਕਿ ਇਹ ਦੋਵੇਂ ਕੈਂਡੀਡੇਟ ਆਪਣੇ ਆਪ ਨੂੰ ਪ੍ਰੈਜ਼ੈਂਟ ਕਿਵੇਂ ਕਰਦੇ ਨੇ ਲੋਕਾਂ ਦੇ ਸਾਹਮਣੇ, ਵੋਟਰ ਦੇ ਸਾਹਮਣੇ ਆਪਣੇ ਆਪ ਨੂੰ ਕੈਰੀ ਕਿਵੇਂ ਕਰਦੇ ਨੇ, ਕਿਉਂਕਿ ਜਿੱਤਣਾ ਚਾਹੁੰਦੇ ਨੇ। ਜਿੱਤਣ ਵਾਸਤੇ ਇੰਪ੍ਰੈਸ ਕਰਨਾ ਪਏਗਾ। ਜਦੋਂ ਤੱਕ ਤੁਹਾਡੇ ਮਨ ਦੇ ਉੱਤੇ ਡੋਨਲਡ ਟਰੰਪ ਜਾਂ ਕਮਲਾ ਹੈਰਿਸ ਦਾ ਪ੍ਰਭਾਵ ਇੰਨਾ ਨਹੀਂ ਪੈਂਦਾ ਕਿ ਤੁਸੀਂ ਕਮਲੇ ਹੋ ਜਾਓ, ਉਦੋਂ ਤੱਕ ਤੁਸੀਂ ਵੋਟ ਨਹੀਂ ਪਾਉਣੀ। ਕਮਲੇ ਇਨ ਸੈਂਸ ਆ ਨਹੀਂ ਕਿ ਕੱਪੜੇ ਹੀ ਫਾੜ ਦੇਣੇ ਨੇ, ਨੋ। ਕਮਲੇ ਇਨ ਸੈਂਸ ਕਿ ਤੁਸੀਂ ਉਹਨਾਂ ਬਾਰੇ ਹੀ ਸੋਚਦੇ ਰਹੋ, ਹਾਂ ਯਾਰ ਆਹ ਠੀਕ ਹੈ, ਹਾਂ ਯਾਰ ਆਹ ਠੀਕ ਹੈ, ਉੱਠਦੇ ਬੈਠਦੇ ਜਾਗਦੇ ਸੌਂਦੇ ਹਰੇਕ ਨਾਲ ਜਦੋਂ ਵੀ ਗੱਲ ਕਰੋ ਆਹ ਠੀਕ ਹੈ। ਉਹ ਤੁਸੀਂ ਕਹੋਗੇ ਕਮਲਾ ਹੈਰਿਸ ਠੀਕ ਹੈ, ਤੁਸੀਂ ਕਹੋਗੇ ਨਹੀਂ ਡੋਨਲਡ ਟਰੰਪ ਠੀਕ ਹੈ। ਮਤਲਬ ਇਸ ਲੈਵਲ ਤੱਕ ਤੁਹਾਡੀ ਸੋਚ ਨੂੰ ਲੈ ਕੇ ਜਾਣਾ, ਇਹੀ ਕੋਸ਼ਿਸ਼ ਆ। ਤਾਂ ਹੀ ਤੁਸੀਂ ਉਹਨਾਂ ਨੂੰ ਵੋਟਾਂ ਪਾਓਗੇ ਵੈਨ ਯੂ ਫੀਲ ਕ੍ਰੇਜ਼ੀ। ਸੋ ਔਰ ਇਸ ਕ੍ਰੇਜ਼ੀਨੈਸ ਦੇ ਵਿੱਚ ਜਿਹੜਾ ਬੰਦਾ ਸਮਝਦਾਰ ਹੈ ਉਹ ਓਪੀਨੀਅਨ ਦੂਜੇ ਦਾ ਨਹੀਂ ਲੈਂਦਾ, ਉਹ ਦੂਜੇ ਦੀ ਪੋਲਸ ਦੇ ਉੱਤੇ ਵਿਸ਼ਵਾਸ ਨਹੀਂ ਕਰਦਾ, ਉਹ ਆਪਣੇ ਆਪ ਦੇ ਉੱਤੇ ਵਿਸ਼ਵਾਸ ਕਰਦਾ ਹੈ। ਕੋਈ ਕਹਿੰਦਾ ਜੀ ਡੋਂਟ ਟਰਸਟ ਐਨੀਵਨ, ਕੋਈ ਕਹਿੰਦਾ ਜੀ 50-50 ਆ, ਕੋਈ ਵੱਖਰੀਆਂ ਪੋਸੀਬਿਲਿਟੀਜ਼ ਦਿੰਦਾ ਨਾ। ਹੁਣ ਤੁਸੀਂ ਆਪਣੀ ਪੋਸੀਬਿਲਿਟੀ ਵਰਕਆਊਟ ਕਰਨੀ ਆ ਔਰ ਉਹਦੇ ਮੁਤਾਬਿਕ ਕੰਮ ਕਰਨਾ। ਜਿਸ ਤਰ੍ਹਾਂ ਆਪਾਂ ਸ਼ੁਰੂਆਤ ਵਿੱਚ ਗੱਲ ਕੀਤੀ, ਇੱਕ ਕੋਲਡ ਵਾਰ, ਇੱਕ ਸ਼ੀਤ ਯੁੱਧ, ਇਹ ਬੜਾ ਡੀਪ ਹੁੰਦਾ ਜਾ ਰਿਹਾ ਲੋਕਾਂ ਦੇ ਮਨਾਂ ਦੇ ਵਿੱਚ। ਇਹ ਜਿਹੜੇ ਵੱਖਰੇਵੇਂ ਨੇ, ਚੰਗੇ ਲੋਕ, ਚੰਗੇ ਵਿਚਾਰ, ਸਟੇਟਸਮੈਨ, ਇਹ ਲੋਕਾਂ ਨੂੰ ਆਪਸ ਦੇ ਵਿੱਚ ਜੋੜਦੇ ਨੇ। ਪੋਲੀਟੀਸ਼ੀਅਨਸ ਲੋਕਾਂ ਨੂੰ ਤੋੜਦੇ ਨੇ। ਇਸ ਗੱਲ ਨੂੰ ਸਮਝਣਾ ਚਾਹੀਦਾ। ਸਿਆਸਤ ਤੋੜਦੀ ਹੈ, ਚੰਗੀ ਸੋਚ, ਚੰਗੀ ਵਿਚਾਰਧਾਰਾ ਜੋੜਦੀ ਹੈ ਔਰ ਲੋਕਾਂ ਦਾ ਆਪਸ ਦੇ ਵਿੱਚ ਜੁੜਨਾ ਹੀ ਕ੍ਰਾਂਤੀ ਹੁੰਦਾ। ਕ੍ਰਾਂਤੀ ਦਾ ਮਤਲਬ ਇਹ ਨਹੀਂ ਕਿ ਸੜਕਾਂ ਦੇ ਉੱਤੇ ਤੁਸੀਂ ਝੰਡੇ ਚੁੱਕ ਕੇ ਨਾਅਰੇਬਾਜ਼ੀ ਕਰਦੇ ਪਏ ਹੋ। ਕ੍ਰਾਂਤੀ ਦਾ ਮਤਲਬ ਇਹ ਹੈ ਕਿ ਤੁਸੀਂ ਆਪਸ 'ਚ ਜੁੜ ਗਏ ਹੋ, ਇੱਕ ਸੋਚ, ਔਰ ਉਹ ਸੋਚ ਨੇਸ਼ਨ ਵਧੀਆ ਬਣੇ, ਤੁਹਾਡੇ ਆਪਣੇ ਫੈਮਲੀਜ਼ ਵਧੀਆ ਬਣਨ, ਫਿਊਚਰ ਵਧੀਆ ਹੋਵੇ, ਇਹੀ ਸੋਚ ਹੁੰਦੀ। ਕਿਉਂਕਿ ਹਿਊਮਨ ਵੈਲਬੀਇੰਗ ਇਹੀ ਹਰ ਕੰਮ ਦਾ ਨਿਚੋੜ ਹੈ। ਜਿਹਦੇ ਵਿੱਚ ਹਿਊਮਨ ਵੈਲਬੀਇੰਗ ਹੈ ਹੀ ਨਹੀਂ, ਉਹ ਕੰਮ ਕਰਨਾ ਨਹੀਂ ਚਾਹੀਦਾ। ਇਹੀ ਸਿਆਣੇ ਕਹਿੰਦੇ ਨੇ। ਨਾਓ ਬੈਕ ਟੂ ਦਾ ਪੁਆਇੰਟ। ਇਸ ਵਕਤ ਕੀ ਹੋ ਰਿਹਾ ਕਿ ਇੱਕ ਜ਼ਬਰਦਸਤ ਜੈਂਡਰ ਡਿਵਾਈਡ ਚੱਲਦਾ ਪਿਆ ਅਮਰੀਕਾ ਦੇ ਵਿੱਚ। ਜਿੱਦਾਂ ਆਪਾਂ ਡਿਵੀਜ਼ਨ ਦੀ ਗੱਲ ਕਰਦੇ ਪਏ ਹਾਂ, ਅੰਡਰ 30 ਸਾਲ ਤੋਂ ਘੱਟ ਉਮਰ ਦੇ ਬੱਚੇ, ਨੌਜਵਾਨ, ਕੁੜੀਆਂ, ਮੁੰਡੇ, ਉਹਨਾਂ ਦੀ ਸੋਚ ਦਾ ਵੱਖਰੇਵਾਂ। ਕਿਤੇ ਨਾ ਕਿਤੇ ਪਹਿਲਾਂ ਇਹ ਸਾਰੇ ਇੱਕੋ ਹੀ ਸੋਚਦੇ ਸੀ, ਕਿਤੇ ਨਾ ਕਿਤੇ, ਪਰ ਹੁਣ ਇਹ ਸੋਚ ਵੱਖਰੀ ਹੁੰਦੀ ਜਾ ਰਹੀ ਹੈ। ਔਰ ਮੇਲ ਮੈਂਬਰਸ ਜ਼ਿਆਦਾਤਰ ਡੋਨਲਡ ਟਰੰਪ ਵੱਲ ਜਾ ਰਹੇ ਨੇ ਐਂਡ ਫੀਮੇਲ ਮੈਂਬਰਸ ਜ਼ਿਆਦਾਤਰ ਕੈਮਲਾ ਹੈਰਿਸ ਵੱਲ ਜਾ ਰਹੇ ਨੇ। ਇਹ ਇੱਕ ਰਿਪੋਰਟ ਹੈ ਔਰ ਇਹ ਰਿਪੋਰਟ ਇਹ ਦਰਸਾਉਂਦੀ ਆ ਕਿ ਇਹ ਜੈਂਡਰ ਡਿਵਾਈਡ ਹੋ ਰਿਹਾ। ਇਸ ਸੋਚ ਦੇ ਵਿੱਚ ਕੋਈ ਪੁਖਤਗੀ ਨਹੀਂ ਹੈ, ਕੋਈ ਸੋਲਿਡ ਸੋਚ ਨਹੀਂ ਹੈ, ਕੋਈ ਲੌਜਿਸਟਿਕ ਸੋਚ ਨਹੀਂ ਹੈ। ਮਰਦ ਵੱਲ ਜਾ ਰਹੇ ਨੇ, ਔਰਤ ਵੱਲ ਜਾ ਰਹੀ ਹੈ। ਇਹਦਾ ਬੇਸ ਕੀ ਹੈ? ਇਹ ਰਿਪੋਰਟ ਕਹਿੰਦੀ ਮਤਲਬ ਇਮੈਚਿਓਰਿਟੀ। ਉਹਨਾਂ ਨੂੰ ਪਤਾ ਹੀ ਨਹੀਂ ਵੋਟ ਦੀ ਪਾਵਰ ਕੀ ਹੈ ਤੇ ਵੋਟ ਕਿੱਥੇ ਇਸਤੇਮਾਲ ਕਰਨੀ ਹੈ। ਹੁਣ ਜਾਂ ਤਾਂ ਇਹ ਕਿਸੇ ਦੇ ਬਹਿਕਾਵੇ 'ਚ ਆਏ ਨੇ, ਕਿਸੇ ਦੀਆਂ ਗੱਲਾਂ 'ਚ ਆਏ ਨੇ, ਕਿਸੇ ਓਪੀਨੀਅਨ 'ਚ ਆਏ ਨੇ, ਜਾਂ ਫਿਰ ਆਪ ਮੁਹਾਰੇ ਕੁਝ ਨਾ ਕੁਝ। ਹੁਣ ਇਹ ਤੇ ਪੂਰਾ ਕੇਸ ਸਟੱਡੀ ਬਣਦਾ ਕਿ ਇਹ 30 ਸਾਲ ਤੋਂ ਘੱਟ ਉਮਰ ਦੇ ਨੌਜਵਾਨ, ਕੁੜੀਆਂ ਹੈਰਿਸ ਵੱਲ ਜਾ ਰਹੀਆਂ ਨੇ, ਮੁੰਡੇ ਟਰੰਪ ਵੱਲ ਜਾ ਰਹੇ ਨੇ। ਵਾਈ? ਇੱਕ ਡਿਵਾਈਡ ਕਿਉਂ ਕ੍ਰੀਏਟ ਹੋ ਗਿਆ? ਇੱਕੋ ਤਰ੍ਹਾਂ ਦੀ ਸੋਚ ਦੇ ਬਾਵਜੂਦ ਵੀ ਇਹ ਡਿਵਾਈਡ ਕਿਉਂ ਕ੍ਰੀਏਟ ਹੋ ਗਿਆ? ਔਰ ਇਹ ਪੋਲੀਟਿਕਸ ਸਾਨੂੰ ਹੋਰ ਕਿੱਥੋਂ ਤੱਕ ਡਿਵਾਈਡ ਕਰਨ ਵਾਲਾ ਹੈ? ਇਹ ਗੱਲ ਸੋਚਣ ਵਾਲੀ ਹੈ। ਔਰ ਇਹਦੇ ਵਿੱਚ ਤੁਹਾਡੀ ਆਪਣੀ ਫੈਮਿਲੀ ਬੈਕਗਰਾਊਂਡ ਵੀ ਆਉਂਦੀ ਹੈ, ਤੁਹਾਡਾ ਆਪਣਾ ਐਜੂਕੇਸ਼ਨ ਸਿਸਟਮ ਵੀ ਆਉਂਦਾ। ਡੋਨਲਡ ਟਰੰਪ ਤਾਂ ਕਹਿੰਦੇ ਨੇ ਐਜੂਕੇਸ਼ਨ ਸਿਸਟਮ ਦੇ ਵੀ ਬੱਲੇ ਕਰਵਾ ਦੇਣੇ ਨੇ, ਮੈਨੂੰ ਬਣਨ ਦਿਓ ਸੀ। ਪਤਾ ਨਹੀਂ ਹੁਣ ਐਜੂਕੇਸ਼ਨ ਸਿਸਟਮ ਦਾ ਕੀ ਕਰਨਾ ਚਾਹੁੰਦੇ ਨੇ, ਕਿਹੜੇ ਸਿਸਟਮ ਦਾ ਕੀ ਕਰਨਾ ਚਾਹੁੰਦੇ ਨੇ, ਕੀ ਉਹਨਾਂ ਦੇ ਪ੍ਰੋਜੈਕਟਸ ਨੇ। ਪ੍ਰੋਜੈਕਟ 2025 ਤਾਂ ਹਮੇਸ਼ਾ ਇਸੇ ਗੱਲ ਵੱਲ ਧਿਆਨ ਦਿਵਾਉਂਦਾ ਕਿ ਪੂਰਾ ਸਿਸਟਮ ਹੀ ਬਦਲ ਦੇਣਾ, ਪੂਰਾ ਸਿਸਟਮ ਓਵਰਹੋਲ ਕਰ ਦੇਣਾ। ਬਟ ਨਾਓ ਗੋਡ ਨੋਜ਼ ਕਿ ਕੀ ਹੈਗਾ। ਪਰ ਡੋਨਲਡ ਟਰੰਪ ਤੇ ਉਹਨਾਂ ਦੀ ਟੀਮ ਕਹਿੰਦੀ ਹੈ ਕਿ ਅਸੀਂ ਪ੍ਰੋਜੈਕਟ 2025 ਤੋਂ ਦੂਰ ਆ, ਸਾਡਾ ਕੋਈ ਲੈਣਾ ਦੇਣਾ ਨਹੀਂ।
ਖੈਰ ਦੇਖੋ ਹੁਣ ਇਹ ਲੈਣਾ ਦੇਣਾ ਤੇ ਉਦੋਂ ਪਤਾ ਲੱਗੂਗਾ ਜਦੋਂ ਇਲੈਕਸ਼ਨਸ ਦਾ ਰਿਜ਼ਲਟ ਆਉਂਦਾ ਹੈ ਕਿ ਤੁਸੀਂ ਜਿੱਤਦੇ ਹੋ ਕਿ ਤੁਸੀਂ ਹਾਰਦੇ ਹੋ, ਫਿਰ ਉਹਦੇ ਮੁਤਾਬਿਕ ਡਿਸੀਜਨਸ ਹੋਣਗੇ। ਨਾਓ ਬੈਕ ਟੂ ਦ ਪੁਆਇੰਟ ਕਿ ਜਿਹੜੀ ਇਹ ਜੈਂਡਰਸ ਦੇ ਉੱਤੇ ਡਿਵਾਈਡ ਹੋ ਰਿਹਾ ਹੈ ਵੋਟ, ਇਹਦੇ ਵਿੱਚ ਐਜੂਕੇਸ਼ਨ ਵੀ ਆਉਂਦੀ ਆ, ਇਹਦੇ ਵਿੱਚ ਤੁਹਾਡੀ ਫੈਮਿਲੀ ਬੈਕਗਰਾਊਂਡ ਵੀ ਆਉਂਦੀ ਆ, ਔਰ ਇਹਦੇ ਵਿੱਚ ਤੁਹਾਡਾ ਆਪਣਾ ਫਰੈਂਡ ਸਰਕਲ ਵੀ ਹੁੰਦਾ ਹੈ, ਕਿਉਂਕਿ ਨੌਜਵਾਨ ਲੋਕ ਆਪਸ 'ਚ ਬਾਤ ਕਰਕੇ ਤੈਅ ਕਰਦੇ ਨੇ ਬਹੁਤ ਕੁਝ, ਗੌਸਿਪ ਬਹੁਤ ਕਰਦੇ ਨੇ ਨਾ, ਗੱਲਾਂ ਬਾਤਾਂ ਬਹੁਤ ਹੁੰਦੀਆਂ ਨੇ, ਔਰ ਆਪਣੇ ਆਪ ਨੂੰ ਜ਼ਰੂਰਤ ਤੋਂ ਜ਼ਿਆਦਾ ਵੀ ਕਈ ਵਾਰ ਸਿਆਣੇ ਸਮਝਦੇ ਨੇ, ਇਸ ਕਰਕੇ ਵੀ ਕਈ ਵਾਰ ਇੱਦਾਂ ਦੀਆਂ ਬਚਕਾਨਾ ਹਰਕਤਾਂ, ਬਚਕਾਨਾ ਸੋਚ ਸਾਹਮਣੇ ਆਉਂਦੀ ਹੈ ਨਾ। ਉਹ ਇੱਥੇ ਕੰਟਰੀ ਦੇ ਫਿਊਚਰ ਦਾ ਕੰਮ ਹੈ, ਕੰਟਰੀ ਦਾ ਫਿਊਚਰ ਹੈ ਇਹ। ਕੋਈ ਤੁਸੀਂ ਕੋਈ ਮੂਵੀ ਦੇਖਣ ਨਹੀਂ ਜਾ ਰਹੇ ਕਿ ਕਿੱਧਰ ਜਾਣਾ ਤੇ ਕਿੱਧਰ ਨਹੀਂ ਜਾਣਾ, ਕੋਈ ਪਲੇ ਦੇਖਣ ਨਹੀਂ ਜਾ ਰਹੇ ਜਾਂ ਕਿਸੇ ਕਾਫੀ ਹਾਊਸ ਨਹੀਂ ਜਾ ਰਹੇ ਉੱਥੇ ਜਾ ਕੇ ਬਈ ਕਿਹੜੀ ਕਾਫੀ ਪੀਣੀ ਤੇ ਕਿਹੜੀ ਨਹੀਂ ਪੀਣੀ। ਇਹ ਫॉर द ਸੇਕ ਆਫ ਦ ਫਿਊਚਰ ਆਫ ਯੂਨਾਈਟਿਡ ਸਟੇਟਸ ਆਫ ਅਮਰੀਕਾ ਇਹ ਡਿਸੀਜ਼ਨ ਲੈਣਾ, ਇਸ ਕਰਕੇ ਹਰ ਵੋਟ ਕਾਊਂਟ ਕਰਦੀ। ਤਾਂ ਇਹ ਜਿਹੜੀ ਚੀਜ਼ ਪੈਦਾ ਹੋ ਰਹੀ ਆ ਪਿਛਲੇ 8 ਸਾਲ ਦੇ ਵਿੱਚ, ਇਹ ਬਹੁਤ ਹੀ ਜ਼ਿਆਦਾ ਲਿਬਰਲ ਹੋ ਗਏ ਨੇ। ਮਤਲਬ ਲਿਬਰਲ ਇਨ ਦ ਸੈਂਸ ਕਿ ਪਹਿਲਾਂ ਤਾਂ ਇਹ ਕਿਸੇ ਪਾਸੇ ਨਹੀਂ ਜਾਂਦੇ, ਅਨਡਿਸਾਈਡਡ, ਫਿਰ ਜਦ ਡਿਸਾਈਡ ਹੁੰਦੇ ਨੇ ਤਾਂ ਫਿਰ ਜੈਂਡਰ ਬੇਸਡ। ਮਤਲਬ ਇਹ ਕੀ ਸੋਚ ਹੈ। ਔਰ ਕੁਝ ਲੋਕ ਇਸ ਜਨਰੇਸ਼ਨ ਦੇ ਸਮਝਦੇ ਨੇ ਕਿ ਅਸੀਂ ਪਿੱਛੇ ਰਹਿ ਗਏ ਹਾਂ, ਸਾਨੂੰ ਅੱਗੇ ਵਧਣ ਦਾ ਮੌਕਾ ਨਹੀਂ ਮਿਲਿਆ। ਹਾਲਾਂਕਿ ਕਮਲਾ ਹੈਰਿਸ ਕਹਿ ਰਹੇ ਨੇ ਓਪਰਚੁਨਿਟੀ ਇਕੋਨਮੀ ਬਾਰ-ਬਾਰ ਗੱਲ ਕਰ ਰਹੇ ਨੇ, ਔਰ ਇੱਦਾਂ ਦੀਆਂ ਸਕੀਮਸ ਅਨਾਊਂਸ ਵੀ ਕਰਦੇ ਪਏ ਨੇ। ਫਿਰ ਵੀ ਕਿਤੇ ਨਾ ਕਿਤੇ ਇਹਨਾਂ ਦੇ ਮਨਾਂ 'ਚ ਇਹ ਗੱਲ ਹੈਗੀ ਆ, ਔਰ ਇਹ ਸੋਚਦੇ ਨੇ ਕਿ ਅਸੀਂ ਪਿੱਛੇ ਰਹਿ ਗਏ ਹਾਂ, ਔਰ ਅੱਗੇ ਵਧਣ ਵਾਸਤੇ, ਅੱਜ ਦੀ ਜਨਰੇਸ਼ਨ ਨੂੰ ਮੈਚ ਕਰਨ ਵਾਸਤੇ, ਅੱਜ ਦੇ ਸਮੇਂ ਦੇ ਮੁਤਾਬਿਕ ਚੱਲਣ ਵਾਸਤੇ ਸਾਨੂੰ ਡੋਨਲਡ ਟਰੰਪ ਵੱਲ ਜਾਣਾ ਚਾਹੀਦਾ ਹੈ। ਡੋਨਲਡ ਟਰੰਪ ਇਜ਼ ਦੀ ਆਨਸਰ, ਇਹ ਸੋਚਣ ਲੱਗ ਪਏ ਨੇ। ਬਟ ਨਾਓ ਕਮਲਾ ਹੈਰਿਸ ਦੀਆਂ ਕੈਂਪੇਨਸ ਜਿੱਦਾਂ ਹੁਣ ਆਪਣੀ ਇੱਕ ਸਟ੍ਰੈਟਜੀ ਲੈ ਕੇ ਚੱਲਦੀਆਂ ਪਈਆਂ ਨੇ, ਇਕੋਨਮੀ ਦੇ ਉੱਤੇ ਬਾਰ-ਬਾਰ ਗੱਲ ਹੋ ਰਹੀ ਆ, ਤਾਂ ਕਿਤੇ ਨਾ ਕਿਤੇ ਫਿਰ ਡਾਈਵਰਟ ਹੁੰਦੀ ਹੈ ਸੋਚ। ਨਹੀਂ ਕਮਲਾ ਹੈਰਿਸ, ਨਹੀਂ ਡੋਨਲਡ ਟਰੰਪ, ਕਮਲਾ ਹੈਰਿਸ, ਇਹ ਕੀ ਹੈ ਬਾਈ। ਹੁਣ ਜਦੋਂ ਤੁਸੀਂ ਵੋਟ ਪਾਉਣ ਵਾਸਤੇ ਇਲੈਕਸ਼ਨ ਡੇ ਨੂੰ ਵੀ ਇਹੀ ਕੁਝ ਕਰੋਗੇ ਤੇ ਫਿਰ ਵੋਟ ਜਾ ਕੇ ਕਿੱਥੇ ਪਾਉਣੀ, ਉੱਥੇ ਜਾ ਕੇ ਖੜੇ ਹੋ ਜਾਓਗੇ ਵੋਟ ਪਾਉਣ ਤੋਂ ਪਹਿਲਾਂ ਬੈਲਟ ਪੇਪਰ ਹੱਥ 'ਚ ਲੈ ਕੇ, ਨੋ ਕਮਲਾ ਹੈਰਿਸ, ਨੋ ਡੋਨਲਡ ਟਰੰਪ, ਨੋ ਇਹ ਕਰੋਗੇ। ਉੱਥੇ ਡਿਸਾਈਡ ਕਰੋ। ਇਹ ਲਾਈਫ ਦਾ ਡਿਸੀਜ਼ਨ ਆ, ਆਪਣੀ ਜ਼ਿੰਦਗੀ ਦੇ ਡਿਸੀਜ਼ਨ ਵੀ ਇੱਦਾਂ ਹੀ ਲੈਂਦੇ ਹੋ। ਲਾਈਫ ਦਾ ਡਿਸੀਜ਼ਨ ਆ, ਕੰਟਰੀ ਦੇ ਫਿਊਚਰ ਦਾ ਸਵਾਲ ਹੈ। ਯੂ ਮਸਟ ਬੀ ਸ਼ੋਰ ਕਮਲਾ ਹੈਰਿਸ ਜਾਂ ਡੋਨਲਡ ਟਰੰਪ, ਦੋਵਾਂ 'ਚ ਕੌਣ ਹੈ ਜੋ ਤੁਹਾਨੂੰ ਉਹ ਫਿਊਚਰ ਦੇ ਸਕਦਾ ਜੋ ਤੁਹਾਨੂੰ ਚਾਹੀਦਾ, ਜੋ ਤੁਹਾਡੇ ਸੁਪਨੇ ਸੱਚ ਕਰ ਸਕਦਾ। ਸੋ ਇਹ ਇੱਕ ਬਹੁਤ ਹੀ ਖਤਰਨਾਕ ਜਿਹਾ ਮੋੜ ਹੈ ਜੋ ਯੰਗਰ ਜਨਰੇਸ਼ਨ ਦੇ ਮਨ ਦੇ ਵਿੱਚ ਹੈ। ਇਹਦੇ 'ਚ ਫਸਟ ਟਾਈਮ ਵੋਟਰਸ ਵੀ ਆਉਂਦੇ ਨੇ, ਇਸ ਨੂੰ ਖਾਸ ਤੌਰ 'ਤੇ ਦੇਖਣਾ ਪਏਗਾ। ਜਿਹੜੀ ਇਹ ਪੋਲੀਟੀਕਲ ਡਿਵਾਈਡ ਖੜੀ ਹੋ ਗਈ ਹੈ ਔਰ ਇਹ ਆਪਣੀ ਤਰ੍ਹਾਂ ਨਾਲ ਹੀ ਇਲੈਕਸ਼ਨਸ ਨੂੰ ਡਿਫਾਈਨ ਕਰ ਰਹੇ ਨੇ, ਇਹਨਾਂ ਚੀਜ਼ਾਂ ਨੂੰ ਦੇਖਣਾ ਪਏਗਾ। ਔਰ ਨਾਲ ਡਰੱਗਸ ਦਾ ਬੜਾ ਚੱਲਦਾ ਪਿਆ ਹੈ, ਮੈਰੀਜੁਆਨਾ, ਔਰ ਕਈ ਲੋਕ ਤੇ ਹੋਰ ਤਰ੍ਹਾਂ ਦੇ ਵੀ ਡਰੱਗਸ ਲੈਂਦੇ ਨੇ। ਯੰਗ ਜਨਰੇਸ਼ਨ ਔਰ ਹਰ ਤਰ੍ਹਾਂ ਦੀ ਜਨਰੇਸ਼ਨ ਇਸ ਦਾ ਸ਼ਿਕਾਰ ਹੋ ਚੁੱਕੀ ਹੈ, ਔਰ ਇਹ ਵੀ ਇੱਕ ਮੇਜਰ ਇਸ਼ੂ ਬਣ ਕੇ ਉੱਭਰਿਆ। ਔਰ ਮੈਰੀਜੁਆਨਾ ਬਾਰੇ ਕਿਹਾ ਜਾਂਦਾ ਕਿ ਇਹ ਇੱਕ ਨੈਚੁਰਲ ਡਰੱਗ ਹੈ ਜੀ, ਇਹਦੇ ਉਹਨੇ ਸਾਈਡ ਇਫੈਕਟਸ ਨਹੀਂ ਹੈਗੇ ਜਿੰਨੇ ਬਾਕੀ ਦੇ ਨਸ਼ਿਆਂ ਦੇ ਜਿਹੜੇ ਸਿੰਥੈਟਿਕ ਨੇ ਉਹਨਾਂ ਦੇ ਸਾਈਡ ਇਫੈਕਟਸ ਨੇ। ਇੱਥੋਂ ਤੱਕ ਗੱਲਾਂ ਹੁੰਦੀਆਂ ਨੇ। ਸੋ ਜਿਹੜੇ ਨਸ਼ਿਆਂ ਦੇ ਸ਼ਿਕਾਰ ਨੇ ਉਹਨਾਂ ਦੀ ਮੈਂਟਲ ਹੈਲਥ ਉਹ ਕ੍ਰਾਈਸਿਸ ਆ, ਉਹਨਾਂ ਦੇ ਅੰਦਰ ਜਿਹੜੀ ਵਾਇਲੈਂਸ ਆ ਉਹ ਕ੍ਰਾਈਸਿਸ ਆ। ਕੋਈ ਇੱਦਾਂ ਦੇ ਕੰਮ ਕਰਦੇ ਨੇ ਜਿਹੜੇ ਲੀਗਲ ਨਹੀਂ ਹੈਗੇ। ਔਰ ਦੇਸ਼ ਦੇ ਵਿੱਚ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵਿੱਚ ਇਹ ਵੀ ਦੇਖਿਆ ਜਾਂਦਾ ਕਿ ਕਈ ਇਲਾਕਿਆਂ ਦੇ ਵਿੱਚ ਇਹ ਨਸ਼ਾ ਮੈਰੀਜੁਆਨਾ ਇਲੀਗਲ ਆ, ਕਈ ਥਾਂ 'ਤੇ ਇਲੀਗਲ ਵੀ ਆ। ਔਰ ਕਿਤੇ ਨਾ ਕਿਤੇ ਇਹ ਵੀ ਸੰਕੇਤ ਦਿੱਤੇ ਜਾਂਦੇ ਨੇ ਕਿ ਡੋਨਲਡ ਟਰੰਪ ਨੇ ਕਿਤੇ ਨਾ ਕਿਤੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਸਪੋਰਟ ਮਿਲਦੀ ਹੈ ਉਹਨਾਂ ਵੱਲੋਂ ਮੈਰੀਜੁਆਨਾ ਨੂੰ ਲੀਗਲ ਕਰਨ ਦੀ। ਕਿਤੇ ਨਾ ਕਿਤੇ ਇਹ ਗੱਲ ਵੀ ਆਉਂਦੀ ਹੈ। ਹੁਣ ਦੱਸੋ ਇਹ ਮੈਰੀਜੁਆਨਾ ਵੀ ਵੋਟ ਬੈਂਕ ਕ੍ਰੀਏਟ ਕਰੇਗਾ ਕਿ ਜਿਹੜੇ ਲੋਕ ਇਸ ਨੂੰ ਲੀਗਲ ਹੋਣਾ ਪਸੰਦ ਕਰਦੇ ਨੇ, ਜੇ ਉਹਨਾਂ ਨੇ ਕੋਈ ਗੱਲ ਫੜ ਲਈ ਡੋਨਲਡ ਟਰੰਪ ਦੀ, ਹਾਲਾਂਕਿ ਉਹਨਾਂ ਨੇ ਜੇ ਨਾ ਵੀ ਕਹੀ ਹੋਈ ਤੇ ਉਹਨਾਂ ਨੇ ਕੋਈ ਮਤਲਬ ਕੱਢ ਲਿਆ ਕਿ ਨਾ ਜੀ ਨਾ ਸਪੋਰਟ ਕਰਦੇ ਨੇ, ਲੀਗਲ ਹੋਣਾ ਚਾਹੀਦਾ ਮੈਰੀਜੁਆਨਾ। ਜੇ ਡੋਨਲਡ ਟਰੰਪ ਨੇ ਨਹੀਂ ਵੀ ਕਿਹਾ, ਉਹਨਾਂ ਦੀ ਕਿਸੇ ਗੱਲ ਤੋਂ ਵੈਸੇ ਮਤਲਬ ਕੱਢ ਲਿਆ। ਹੁਣ ਗੋਡ ਨੋਜ਼ ਇਹ ਕੀ ਹੋ ਰਿਹਾ ਸਾਰਾ। ਹੁਣ ਇਹ ਵੀ ਇੱਕ ਇਸ਼ੂ ਆ। ਮਤਲਬ ਹੁਣ ਮੈਰੀਜੁਆਨਾ ਵੀ ਡਿਸਾਈਡ ਕਰੇਗਾ ਕਿ ਵੋਟ ਬੈਂਕ ਕਿੱਥੇ ਕ੍ਰੀਏਟ ਕੀਤਾ ਜਾਏ, ਕਿਉਂਕਿ ਇਹਨੂੰ ਲੀਗਲ ਕਰਨਾ ਕਿ ਇਲੀਗਲ ਕਰਨਾ।
ਸੋ ਨਸ਼ਿਆਂ ਦਾ ਇਹ ਹਾਲ ਹੋ ਚੁੱਕਾ ਹੈ। ਗਨ ਕਲਚਰ ਤੋਂ ਤਾਂ ਅਸੀਂ ਪਹਿਲਾਂ ਹੀ ਤੰਗ ਹਾਂ, ਹੁਣ ਨਸ਼ਿਆਂ ਤੋਂ ਵੀ ਇਸ ਲੈਵਲ ਤੇ ਤੰਗ ਹੋ ਗਏ ਹਾਂ ਕਿ ਇਹ ਇਲੈਕਸ਼ਨਸ ਦੇ ਰਿਜ਼ਲਟਸ ਦੇ ਉੱਤੇ ਵੀ ਪ੍ਰਭਾਵ ਪਾਉਣ ਦੀ ਗੱਲ ਕਰਦਾ ਹੈ, ਕੰਟਰੀ ਦੇ ਫਿਊਚਰ ਦੇ ਉੱਤੇ ਵੀ ਪ੍ਰਭਾਵ ਪਾਉਣ ਦੀ ਗੱਲ ਕਰਦਾ ਹੈ। ਨਸ਼ਿਆਂ ਦੀ ਹਿਸਟਰੀ ਉਨੀ ਉਹ ਪੁਰਾਣੀ ਹੈ ਜਿੰਨੀ ਇਨਸਾਨ ਦੀ ਹਿਸਟਰੀ ਹੈ, ਕਿਉਂਕਿ ਇਨਸਾਨ ਸ਼ੁਰੂ ਤੋਂ ਹੀ ਨਸ਼ੇ ਕਰਦਾ ਹੁੰਦਾ ਹੈ। ਪੁਰਾਣੇ ਸਮਿਆਂ ਤੋਂ ਦੇਖ ਲਓ, ਹਿਸਟਰੀ ਦੇਖ ਲਓ, ਹਿਸਟਰੀ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਨਸ਼ੇ ਹੈਗੇ ਨੇ, ਕੋਈ ਨੈਚੁਰਲ ਨੇ, ਕੋਈ ਅਨਨੈਚੁਰਲ ਨੇ, ਗੋਡ ਨੋਸ ਕੀ ਇਹ ਡਿਵੈਲਪ ਕਰਦੇ ਨੇ। ਸੋ ਅੱਜ ਕੱਲ੍ਹ ਦੇ ਸਿੰਥੈਟਿਕ ਨਸ਼ੇ ਨੇ, ਹਰ ਤਰ੍ਹਾਂ ਦੇ ਨਸ਼ੇ ਨੇ। ਸੋ ਇਹ ਕਿੱਥੋਂ ਤੱਕ ਅਸਰ ਪਾਉਣਗੇ, ਔਰ ਮੈਂਟਲ ਹੈਲਥ, ਕਿਉਂਕਿ ਦਿਮਾਗ ਖਰਾਬ ਹੋ ਚੁੱਕਾ ਹੈ ਜੀ, ਸਿੱਧੀ ਪੱਧਰੀ ਪੰਜਾਬੀ ਦੇ ਵਿੱਚ ਇਹ ਨਸ਼ਿਆਂ ਨੇ ਦਿਮਾਗ ਖਰਾਬ ਕਰ ਦਿੱਤਾ, ਸੋਚਣ ਦੀ ਤਾਕਤ ਨਹੀਂ ਹੈਗੀ। ਹੁਣ ਦੱਸੋ, ਨਸ਼ਿਆਂ ਦੇ ਉੱਤੇ ਤੁਸੀਂ ਡਿਬੇਟ ਕਰਨ ਬੈਠੇ ਹੋਏ ਹੋ, ਕਿਹੜਾ ਨਸ਼ਾ ਨੈਚੁਰਲ ਹੈ, ਕਿਹੜਾ ਸਿੰਥੈਟਿਕ ਹੈ, ਜਿਹਦੇ ਜ਼ਿਆਦਾ ਸਾਈਡ ਇਫੈਕਟਸ ਨੇ, ਜਿਹਦੇ ਘੱਟ ਸਾਈਡ ਇਫੈਕਟ ਨੇ, ਇਹ ਡਿਬੇਟ ਹੈ। ਸੋ ਇਹ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਜਿਹੜੇ ਬਹੁਤ ਜ਼ਿਆਦਾ ਹੈਵੀ ਯੂਜ਼ਰਸ ਨੇ, ਬਹੁਤ ਜ਼ਿਆਦਾ ਨਸ਼ੇ ਕਰਦੇ ਨੇ, ਬਹੁਤ ਜ਼ਿਆਦਾ ਕੰਜ਼ਿਊਮ ਕਰਦੇ ਨੇ ਨਾ, ਉਹਨਾਂ ਦਾ ਹਾਲ ਕੀ ਹੈ, ਹੁਣ ਉਹ ਕਿੱਦਾਂ ਦੇ ਵੋਟਰ ਸਾਬਿਤ ਹੋ ਸਕਦੇ, ਕਿੱਧਰ ਨੂੰ ਜਾ ਸਕਦੇ। ਸੋ ਬੜੀ ਅਜੀਬ ਜੀ ਸਿਚੁਏਸ਼ਨ ਬਣੀ ਹੋਈ ਹੈ, ਕਿਉਂਕਿ ਇੱਦਾਂ ਦੀ ਸਿਚੁਏਸ਼ਨ 2024 ਦੀਆਂ ਇਲੈਕਸ਼ਨਸ ਦੇ ਵਿੱਚ ਜਿਹੜੀ ਬਣੀ ਹੋਈ ਹੈ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵਿੱਚ, ਹਿਸਟਰੀ ਦੱਸਦੀ ਹੈ ਕਿ ਇੱਦਾਂ ਦੀ ਸਿਚੁਏਸ਼ਨ ਪਹਿਲਾਂ ਸ਼ਾਇਦ ਕਦੀ ਵੀ ਨਹੀਂ ਸੀ। ਨਾਓ ਹੋਮਲੈਸ ਲੋਕ ਜਾਂ ਜਿਹੜੇ ਘਰ ਖਰੀਦਣਾ ਚਾਹੁੰਦੇ ਨੇ ਪਰ ਵੱਸੋਂ ਬਾਹਰ ਹੋ ਚੁੱਕੀ ਹੈ, ਕੀਮਤ ਇੰਨੀ ਹੈ, ਉਹ ਵੀ ਇੱਕ ਖਾਸ ਮੁੱਦਾ ਬਣ ਚੁੱਕਾ ਹੈ ਜੋ ਡਿਫਾਈਨ ਕਰਦਾ, ਪਰਿਭਾਸ਼ਿਤ ਕਰਦਾ ਹੈ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਇਕੋਨਮੀ ਨੂੰ। ਆਮ ਲੋਕਾਂ ਵਾਸਤੇ ਘਰ ਹੈਗਾ ਕਿ ਨਹੀਂ ਹੈਗਾ, ਘਰ ਸਜਾਉਣ ਦਾ ਸੁਪਨਾ ਪੂਰਾ ਹੋ ਸਕਦਾ ਕਿ ਨਹੀਂ ਹੋ ਸਕਦਾ। ਹੋਮਲੈਸ ਇੱਕ ਵੱਖਰੀ ਗੱਲ ਆ, ਜੌਬਲੈਸ ਇੱਕ ਵੱਖਰੀ ਗੱਲ ਆ, ਔਰ ਮਿਡਲ ਕਲਾਸ ਕੋਲ ਪੈਸੇ ਹੈਗੇ ਨੇ ਪਰ ਉਹਦੇ ਨਹੀਂ ਹੈਗੇ ਜਿੰਨਾ ਘਰ ਖਰੀਦਿਆ ਜਾ ਸਕੇ। ਲੋਨਸ ਲਵੋ ਤਾਂ EMI ਕਿੱਦਾਂ ਦੇਣੀ ਹੈ, ਜੌਬਸ ਦੇ ਵਿੱਚ ਇੰਨਾ ਸੇਵਿੰਗ ਨਹੀਂ ਹੈਗੀ, ਜਾਂ ਜੌਬਸ ਵੇਜਿਸ ਉਨੀਆਂ ਨਹੀਂ ਹੈਗੀਆਂ। ਦੇਰ ਆਰ ਸੋ ਮੈਨੀ ਫੈਕਟਰਸ। ਹੁਣ ਇਹ ਵੀ ਚੀਜ਼ ਅਸਰ ਪਾਉਂਦੀ ਪਈ ਹੈ ਇਲੈਕਸ਼ਨਸ ਦੇ ਰਿਜ਼ਲਟਸ ਦੇ ਉੱਤੇ ਕਿ ਸਾਡਾ ਸੁਪਨਾ ਪੂਰਾ ਹੋਏਗਾ ਕਿ ਨਹੀਂ, ਹੱਥਾਂ 'ਚੋਂ ਨਿਕਲ ਜਾਣਾ ਹੈ, ਸੁਪਨੇ ਟੁੱਟ ਜਾਣੇ ਨੇ ਕਿ ਸੁਪਨੇ ਘਰ ਬਣਾਉਣ ਦੇ ਪੂਰੇ ਹੋਣੇ ਨੇ। ਹੁਣ ਇਹ ਫੈਕਟਰ ਇੱਥੇ ਕਾਊਂਟ ਕਰਦਾ ਕਿ ਘਰ ਬਣਾਉਣ ਦੇ ਸੁਪਨੇ ਪੂਰਾ ਕਰਨ ਦੇ ਵਿੱਚ ਕੌਣ ਸਾਡਾ ਸਾਥੀ ਬਣ ਸਕਦਾ, ਡੋਨਲਡ ਟਰੰਪ ਕਿ ਕਮਲਾ ਹੈਰਿਸ। ਕੌਣ ਸਾਡਾ ਘਰ ਬਣਾਉਣ ਦਾ ਸੁਪਨਾ ਪੂਰਾ ਕਰ ਸਕਦਾ, ਇੱਦਾਂ ਦੀਆਂ ਪਾਲਿਸੀਜ਼, ਇਕੋਨਮੀ ਨੂੰ ਇੱਦਾਂ ਦੀ ਸ਼ੇਪ, ਰੀਹੌਲਿੰਗ, ਵਾਟ ਐਵਰ। ਸਾਡੀ ਜੇਬ 'ਚ ਕੌਣ ਪੈਸੇ ਦੇ ਸਕਦਾ ਕਿ ਅਸੀਂ ਜਾ ਕੇ ਉਹਨਾਂ ਡਾਲਰਸ ਦਾ ਅਸੀਂ ਘਰ ਖਰੀਦ ਲਈਏ ਜਿੱਦਾਂ ਦਾ ਅਸੀਂ ਚਾਹੁੰਦੇ ਹਾਂ, ਜਾਂ ਖਰੀਦ ਤਾਂ ਲਈਏ। ਹੁਣ ਇਹ ਵੀ ਇੱਕ ਇਸ਼ੂ ਆ ਕਿ ਕੌਣ ਪੋਲੀਟੀਸ਼ੀਅਨ, ਕੌਣ ਇਹ ਪ੍ਰੋਮਿਸ ਕਰਦਾ। ਔਰ ਇਸ ਬੇਸ ਦੇ ਉੱਤੇ ਦੇਖੋ ਤੇ ਲੈਟਿਨੋਸ ਕਿਤੇ ਨਾ ਕਿਤੇ ਗਵਰਨਮੈਂਟ ਦੇ ਵਿੱਚ ਆਪਣਾ ਵਿਸ਼ਵਾਸ ਗਵਾਉਂਦੇ ਪਏ ਨੇ, ਯਾਨੀ ਕਿ ਡੈਮੋਕ੍ਰੇਟਸ ਲੈਟਿਨੋ ਵੋਟਰਸ ਨੂੰ ਲੂਜ਼ ਕਰਦੇ ਪਏ ਨੇ। ਇੱਕ ਇੱਥੇ ਵੀ ਪੁਆਇੰਟ ਆਉਂਦਾ, ਸੰਨ 2020 ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੋਈਆਂ ਸੀ ਉਹਦੇ ਵਿੱਚ ਲੈਟਿਨੋਸ ਨੇ ਜੋ ਬਾਈਡਨ ਨੂੰ ਜਿਤਾਉਣ ਵਾਸਤੇ ਖਾਸ ਰੋਲ ਅਦਾ ਕੀਤਾ ਸੀ, ਕਾਊਂਟ ਕੀਤੀ ਸੀ ਉਹਨਾਂ ਦੀ ਵੋਟਿੰਗ, ਔਰ ਕਿਹਾ ਜਾਂਦਾ ਸੀ ਮੇਜਰ ਹੱਥ ਹੈ ਇਹਨਾਂ ਦਾ ਜੋ ਬਾਈਡਨ ਨੂੰ ਪ੍ਰੈਜ਼ੀਡੈਂਟ ਆਫ ਅਮਰੀਕਾ ਬਣਾਉਣ ਦੇ ਵਿੱਚ। ਨਾਓ ਇਹ ਵੋਟ ਬੈਂਕ ਖਿਸਕਦਾ ਪਿਆ। ਹਾਲਾਂਕਿ ਕਮਲਾ ਹੈਰਿਸ ਬਹੁਤ ਕੰਮ ਕਰ ਰਹੇ ਨੇ, ਔਰ ਜੋ ਵੀ ਨੁਕਸਾਨ ਹੋਇਆ ਜੋ ਬਾਈਡਨ ਦੇ ਬਣਨ ਤੋਂ ਬਾਅਦ ਇਹਨਾਂ ਕਮਿਊਨਿਟੀਜ਼ ਨੂੰ ਜਿਨ੍ਹਾਂ ਨੇ ਸਪੋਰਟ ਕੀਤਾ, ਕਿਉਂਕਿ ਨੁਕਸਾਨ ਕਿੱਦਾਂ ਹੋਇਆ, ਸੁਪਨੇ ਪੂਰੇ ਨਹੀਂ ਹੋਏ, ਗੱਲਾਂ ਕਰ ਛੱਡੀਆਂ, ਗੱਲਾਂ ਪੂਰੀਆਂ ਕੀਤੀਆਂ ਨਹੀਂ, ਤੇ ਫਿਰ ਅਗਲਿਆਂ ਨੇ ਨਾਰਾਜ਼ ਹੋਣਾ ਹੀ ਹੈ, ਉਹਨਾਂ ਦਾ ਵਿਸ਼ਵਾਸ ਟੁੱਟਣਾ ਹੀ ਹੈ, ਕੌਨਫੀਡੈਂਸ ਲੂਜ਼ ਕਰਨਾ ਹੀ ਹੈ। ਹੁਣ ਉਸ ਨੂੰ ਕਿੱਥੇ ਤੱਕ ਸਮੇਟ ਸਕਦੇ ਨੇ ਕਮਲਾ ਹੈਰਿਸ, ਉਹ ਜਿਹੜੀ ਟੁੱਟ ਭੱਜ ਹੋ ਚੁੱਕੀ ਹੈ ਵੋਟ ਬੈਂਕ ਦੀ, ਉਹਨੂੰ ਕਿੱਥੋਂ ਤੱਕ ਰਿਪੇਅਰ ਕਰ ਸਕਦੇ ਨੇ, ਲੱਗੇ ਹੋਏ ਨੇ। ਲੈਟਿਨੋਜ਼ ਨੂੰ, ਬਲੈਕਮੈਨ ਵੋਟਰਸ ਨੂੰ, ਜੋ ਵੀ ਅਨਸੈਟਿਸਫਾਈਡ ਨੇ, ਬਾਈਡਨ ਐਡਮਿਨਿਸਟ੍ਰੇਸ਼ਨ ਤੋਂ ਅਸੰਤੁਸ਼ਟ ਨੇ, ਜਿਨ੍ਹਾਂ ਦੇ ਸੁਪਨੇ ਪੂਰੇ ਨਹੀਂ ਹੋਏ, ਜਿਨ੍ਹਾਂ ਨੂੰ ਵਾਅਦੇ ਕੀਤੇ ਗਏ ਪਰ ਵਾਅਦੇ ਤੋੜ ਦਿੱਤੇ ਗਏ, ਉਹਨਾਂ ਨੂੰ, ਉਹਨਾਂ ਰਿਲੇਸ਼ਨਸ ਨੂੰ ਕਿੱਦਾਂ ਮੁੜ ਤੋਂ ਰਿਪੇਅਰ ਕੀਤਾ ਜਾਏ, ਆਪਣੇ ਵੱਲ ਲਿਆਂਦਾ ਜਾਵੇ। ਤਾਂ ਹੀ ਤਾਂ ਕਮਲਾ ਹੈਰਿਸ ਬਾਰ-ਬਾਰ ਕਹਿ ਰਹੇ ਨੇ ਕਿ ਬਈ ਮਿਲ ਕੇ ਲੜਾਂਗੇ, ਮਿਲ ਕੇ ਜਿੱਤਾਂਗੇ। ਮਤਲਬ ਇਹ ਹੈ ਕਿ ਵਾਅਦਾ ਨਹੀਂ ਹੈ, ਵਾਅਦਾ ਕਰਨਾ ਵੀ ਨਹੀਂ ਚਾਹੀਦਾ, ਵਾਅਦੇ ਅਕਸਰ ਟੁੱਟ ਜਾਂਦੇ ਨੇ, ਕੋਸ਼ਿਸ਼ ਕਰਨੀ ਚਾਹੀਦੀ ਹੈ, ਕੋਸ਼ਿਸ਼ ਕਾਮਯਾਬ ਹੋ ਜਾਂਦੀ ਹੈ। ਸਾਨੂੰ ਜ਼ਿੰਦਗੀ ਦੇ ਵਿੱਚ ਵੀ ਇਹੀ ਚੀਜ਼ ਅਪਣਾਉਣੀ ਚਾਹੀਦੀ ਆ। ਆਪਣੇ ਫਰੈਂਡ ਸਰਕਲ ਦੇ ਵਿੱਚ, ਰਿਲੇਟਿਵਸ ਦੇ ਵਿੱਚ ਸਭ ਨੂੰ ਇਹੀ ਕਹੋ, ਵਾਅਦਾ ਨਹੀਂ ਕਰਦਾ, ਕੋਸ਼ਿਸ਼ ਕਰਦੇ। ਵਾਅਦੇ ਅਕਸਰ ਟੁੱਟ ਜਾਂਦੇ ਨੇ, ਕੋਸ਼ਿਸ਼ ਅਕਸਰ ਕਾਮਯਾਬ ਹੋ ਜਾਂਦੀ ਹੈ। ਇਸ ਕਰਕੇ ਵਾਅਦਾ ਨਹੀਂ ਕਰਨਾ, ਕੋਸ਼ਿਸ਼ ਕਰਦੇ ਹਾਂ, ਦੇਖਦੇ ਹਾਂ, ਕਾਮਯਾਬ ਹੋ ਗਏ ਤਾਂ ਫਿਰ ਬੱਲੇ ਬੱਲੇ। ਨਾਓ ਬੈਕ ਟੂ ਦ ਪੁਆਇੰਟ।
ਹੁਣ ਆਹ ਵਾਲੇ ਵੋਟਰਸ ਜਿਹੜੇ ਨੇ ਇਹਨਾਂ ਨੂੰ ਵਾਪਸ ਆਪਾਂ ਕਿੱਦਾਂ ਲੈ ਕੇ ਆਉਣਾ ਆਪਣੇ ਵੱਲ ਕਮਲਾ ਹੈਰਿਸ ਨੇ, ਦੈਟ ਇਜ਼ ਦ ਮੇਨ ਇਸ਼ੂ। ਔਰ ਮੇਨ ਇਸ਼ੂ ਤੇ ਹੋਰ ਵੀ ਬਹੁਤ ਨੇ, ਉਹ ਆਪਾਂ ਰੋਜ਼ ਹੀ ਡਿਸਕਸ ਕਰਦੇ ਹਾਂ। ਇਸ ਕਰਕੇ ਕਮਲਾ ਹੈਰਿਸ ਪੂਰਾ ਜ਼ੋਰ ਲਾਉਂਦੇ ਪਏ ਨੇ ਇਹ ਪ੍ਰੂਵ ਕਰਨ ਲਈ ਕਿ ਡੋਨਲਡ ਟਰੰਪ ਇਜ਼ ਨਾਟ ਫਿਟ ਫॉर ਦ ਜੌਬ। ਪ੍ਰੈਜ਼ੀਡੈਂਟ ਆਫ ਅਮਰੀਕਾ ਬਣਨ ਲਈ ਨਾ ਤਾਂ ਫਿਜ਼ੀਕਲੀ ਫਿਟ ਨੇ, ਨਾ ਮੈਂਟਲੀ, ਉਹ ਕਾਬਿਲ ਹੀ ਨਹੀਂ ਹੈਗੇ ਜੀ। ਉਹ ਇਸ ਗੱਲ ਨੂੰ ਲੈ ਕੇ ਚੱਲਦੇ ਪਏ ਔਰ ਇਸ ਗੱਲ ਨੂੰ ਲੋਕਾਂ ਦੇ ਮਨਾਂ 'ਚ ਪਾ ਦੇਣਾ ਚਾਹੁੰਦੇ। ਔਰ ਇੱਧਰ ਐਲਨ ਮਸਕ ਡਾਊਟ ਕ੍ਰੀਏਟ ਕਰਨ ਲੱਗੇ ਹੋਏ ਨੇ। ਇੱਕ $1 ਮਿਲੀਅਨ ਅਮਰੀਕਨ ਡਾਲਰ ਡੇਲੀ, ਐਂਡ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਉਹਨਾਂ ਨੂੰ ਅਲਰਟ ਕਰ ਦਿੱਤਾ ਗਿਆ, ਘੰਟੀ ਵਜਾ ਦਿੱਤੀ, ਭਾਈ ਸਮਝ ਜਾਓ ਇਹ ਜਿਹੜੀ ਤੁਹਾਡੀ ਕਾਰਵਾਈ ਹੈ ਨਾ, ਜਿਹੜੀ ਇਹ ਨੌਟੰਕੀ ਚੱਲਦੀ ਪਈ ਹੈ, ਇਹ ਇਲੀਗਲ ਹੋ ਸਕਦੀ ਹੈ ਔਰ ਤੁਹਾਡੇ ਖਿਲਾਫ ਐਕਸ਼ਨ ਹੋ ਸਕਦਾ ਹੈ। ਔਰ ਇਹ ਪੂਰੀ ਇੰਟਰਨੈਸ਼ਨਲ ਕਮਿਊਨਿਟੀ ਇਹਦੇ ਉੱਤੇ ਨਜ਼ਰ ਰੱਖਦੀ ਪਈ ਆ ਕਿ ਤੁਸੀਂ ਆ ਪੈਸੇ ਵੰਡ ਕੇ ਵੋਟਾਂ ਖਰੀਦਦੇ ਪਏ ਹੋ, ਲੋਕਾਂ ਨੂੰ ਆਪਣੇ ਵੱਲ ਲਿਆਉਣ ਵਾਸਤੇ ਪੈਸੇ ਵੰਡਦੇ ਪਏ ਹੋ। ਤੁਸੀਂ ਇਹ ਸੰਕੇਤ ਕਰਨਾ ਚਾਹੁੰਦੇ ਹੋ ਵੀ ਇਹ ਸਿਲਸਿਲਾ ਜਾਰੀ ਰਹੇਗਾ। ਔਰ ਇਹ ਪੈਸੇ ਪੂਰੇ ਕਿੱਥੋਂ ਕਰਨੇ ਨੇ ਤੁਸੀਂ? ਬਾਅਦ ਵਿੱਚ ਕਿੱਦਾਂ ਦੀਆਂ ਪਾਲਿਸੀਜ਼ ਬਣਾਉਣਾ ਚਾਹੁੰਦੇ ਹੋ ਡੋਨਲਡ ਟਰੰਪ ਕੋਲੋਂ? ਜੇ ਉਹ ਪ੍ਰੈਜ਼ੀਡੈਂਟ ਆਫ ਅਮਰੀਕਾ ਬਣ ਜਾਣਾ ਚਾਹੁੰਦੇ ਨੇ, ਤਾਂ ਜੇ ਉਹਨਾਂ ਨੂੰ ਬਣਾਉਣ ਦੇ ਵਿੱਚ ਤੁਸੀਂ ਕਾਮਯਾਬ ਹੋ ਜਾਂਦੇ ਹੋ ਤਾਂ ਕਿੱਦਾਂ ਦੀਆਂ ਪਾਲਿਸੀਜ਼ ਬਣਾਉਣਾ ਚਾਹੁੰਦੇ ਹੋ? ਇਹ ਸਾਰਾ ਘਾਟਾ ਤੁਸੀਂ, ਇਹ ਸਾਰੇ ਪੈਸੇ ਤੁਸੀਂ ਕਿੱਦਾਂ ਪੂਰੇ ਕਰਨੇ ਨੇ? ਇਹ ਬਾਅਦ ਦੇ ਵਿੱਚ ਕੋਈ ਹੋਰ ਗੇਮ ਖੇਡਣੀ ਹੈ ਕਿ ਇਹਦਾ ਸੰਬੰਧ ਪ੍ਰੋਜੈਕਟ 2025 ਨਾਲ ਹੈ? ਬੜੀਆਂ ਗੱਲਾਂ ਨੇ, ਬੜੀਆਂ ਬਾਤਾਂ ਨੇ। ਇਸ ਕਰਕੇ ਡਿਪਾਰਟਮੈਂਟ ਆਫ ਜਸਟਿਸ ਨੇ ਕਹਿ ਦਿੱਤਾ ਕਿ ਤੁਸੀਂ ਅਮਰੀਕਾ ਦੇ ਪੂਰੇ ਸੋਸ਼ਲ ਫੈਬਰਿਕ ਵਾਸਤੇ ਇੱਕ ਡਿਸਆਰਡਰ, ਇੱਕ ਕਿਓਸ ਕ੍ਰੀਏਟ ਕਰਦੇ ਪਏ ਹੋ, ਇੱਕ ਪੰਬਲ ਪੂਸਾ ਕ੍ਰੀਏਟ ਕਰਦੇ ਪਏ ਹੋ, ਕਨਫਿਊਜ਼ਨ ਕ੍ਰੀਏਟ ਕਰਦੇ ਪਏ ਹੋ। ਤੁਸੀਂ ਇਹ ਨਹੀਂ ਪਤਾ ਲੱਗਣ ਦਿੰਦੇ ਪਏ ਵੋਟਰਸ ਨੂੰ ਕਿ ਵੋਟ ਕਿਹਨੂੰ ਪਾਉਣੀ ਹੈ। ਤੁਸੀਂ ਦਿਮਾਗ ਦੇ ਵਿੱਚ ਗੇੜਾ ਚਲਾ ਦਿੱਤਾ ਉਹਨਾਂ ਦੇ, ਕੌਣ ਪੈਸੇ ਦਿੰਦਾ, ਕੌਣ ਪੈਸੇ ਨਹੀਂ ਦਿੰਦਾ, ਕੌਣ ਪ੍ਰੋਫਿਟ ਦਿੰਦਾ, ਕੌਣ ਪ੍ਰੋਫਿਟ ਨਹੀਂ ਦਿੰਦਾ, ਕਿਹਦੀ ਪਾਲਿਸੀ ਕਿੱਦਾਂ ਦੀ ਹੋਏਗੀ। ਕੋਈ ਕਹਿੰਦਾ ਕਿ ਇਹ ਪ੍ਰੋ ਮਿਡਲ ਕਲਾਸ ਹੋਣਗੇ, ਇਹ ਪ੍ਰੋ ਸਿਟੀਜ਼ਨਸ ਹੋਣਗੇ, ਕੋਈ ਕਹਿੰਦਾ ਕਿ ਪ੍ਰੋ ਕਾਰਪੋਰੇਟਸ ਹੋਣਗੇ, ਪ੍ਰੋ ਬਿਜ਼ਨਸ ਹਾਊਸ ਹੋਣਗੇ। ਸੋ ਇਹ ਕਨਫਿਊਜ਼ਨ ਕਿਉਂ ਕ੍ਰੀਏਟ ਕਰਦੇ ਪਏ ਹੋ? ਇਟ ਕੈਨ ਬੀ ਇਲੀਗਲ। ਪਹਿਲਾਂ ਤੁਸੀਂ ਇੱਕ ਗੱਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਕਿ ਯੂਨਾਈਟਿਡ ਕਿੰਗਡਮ ਦੀ ਲੇਬਰ ਪਾਰਟੀ ਦੇ ਕੁਝ ਲੋਕ ਕਮਲਾ ਹੈਰਿਸ ਦੇ ਹੱਕ ਦੇ ਵਿੱਚ ਪਬਲਿਸਿਟੀ ਕਰਨ ਵਾਸਤੇ ਆਏ ਨੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵਿੱਚ, ਤੇ ਤੁਸੀਂ ਇਹਨੂੰ ਕਹਿ ਰਹੇ ਹੋ ਕਿ ਪੋਲੀਟੀਕਲ ਇੰਟਰਫੇਰੈਂਸ ਹੋ ਰਹੀ ਆ ਦੂਜੀ ਦੇਸ਼ ਵੱਲੋਂ। ਇਹਦੇ ਵਿੱਚ ਯੂਨਾਈਟਿਡ ਕਿੰਗਡਮ ਨੇ ਤਾਂ ਕੁਝ ਵੀ ਨਹੀਂ ਕੀਤਾ ਆਫੀਸ਼ੀਅਲੀ, ਤੇ ਨਾ ਲੇਬਰ ਪਾਰਟੀ ਨੇ ਕੀਤਾ। ਕੁਝ ਲੋਕ ਇੰਡੀਵਿਜੂਅਲੀ ਆਪਣੇ ਫਰੈਂਡਸ ਨੂੰ ਸਪੋਰਟ ਕਰਨ ਵਾਸਤੇ ਆ ਗਏ ਤੇ ਤੁਸੀਂ ਇਹਦਾ ਹਊਆ ਖੜਾ ਕਰ ਦਿੱਤਾ। ਔਰ ਉਹ ਵੀ ਜੋ ਕਾਨੂੰਨੀ ਮੈਟਰਸ ਤੁਸੀਂ ਖੜੇ ਕੀਤੇ ਉਹ ਵੀ ਡਿਸਮਿਸ ਹੋਏ। ਹੁਣ ਇੱਕ ਨਵਾਂ ਮੈਟਰ ਖੜਾ ਕਰਕੇ ਬੈਠੇ ਹੋਏ ਹੋ। ਡੋਂਟ ਡੂ ਦਿਸ। ਡਿਪਾਰਟਮੈਂਟ ਆਫ ਜਸਟਿਸ ਨੇ ਇਹ ਸੰਕੇਤ ਕਰ ਦਿੱਤਾ ਹੈ ਐਲਨ ਮਸਕ ਨੂੰ, ਦੁਨੀਆ ਦੇ ਸਭ ਤੋਂ ਅਮੀਰ ਆਦਮੀ ਨੂੰ। ਯੈਸ, ਉਹ ਵੀ ਮਾਈਗ੍ਰੈਂਟ ਹੈ, ਮੈਕਸੀਕੋ ਬਾਰਡਰ ਤੋਂ ਆਇਆ, ਅਮਰੀਕਾ ਦੇ ਵਿੱਚ ਆ ਕੇ ਵਸਿਆ ਤੇ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਬਣ ਗਿਆ। ਤੇ ਹੁਣ ਮਾਈਗ੍ਰੈਂਟਸ ਨੂੰ ਨਹੀਂ ਆਉਣ ਦੇਣਾ ਡੋਨਲਡ ਟਰੰਪ ਨੇ। ਸਪੋਰਟ ਮਾਈਗ੍ਰੈਂਟ ਦੀ ਲੈਣੀ ਹੈ, ਐਲਨ ਮਸਕ ਦੀ, ਪ੍ਰਵਾਸੀ ਦੀ ਸਪੋਰਟ ਜ਼ਰੂਰ ਲੈਣੀ ਹੈ ਇਲੈਕਸ਼ਨ ਦੇ ਵਿੱਚ, ਔਰ ਉਹ ਵੀ ਖੁੱਲ੍ਹ ਕੇ ਸਪੋਰਟ ਕਰਦਾ ਪਿਆ। ਪਰ ਆਉਣ ਨਹੀਂ ਦੇਣਾ ਹੁਣ ਪ੍ਰਵਾਸੀਆਂ ਨੂੰ, ਬਲਕਿ ਜਿਹੜੇ ਬੈਠੇ ਨੇ ਉਹਨਾਂ ਨੂੰ ਵੀ ਕੱਢ ਦੇਣਾ। ਔਰ ਉਹਨਾਂ ਦੇ ਸਪਾਊਸਿਸ ਹਜੇ ਉਹ ਕੇਸ ਵਿੱਚ ਲਟਕੇ ਹੋਏ ਆ, ਉਹਨਾਂ ਦੇ ਬੱਚੇ ਕੇਸ ਵਿੱਚ ਲਟਕੇ ਹੋਏ ਨੇ। ਡੋਨਲਡ ਟਰੰਪ ਦੀ ਟੀਮ ਨੇ ਜੋ ਬਾਈਡਨ ਦੇ ਰੈਗੂਲੇਸ਼ਨਸ ਨੂੰ, ਲਾਜ਼ ਨੂੰ ਕੋਰਟ ਦੇ ਵਿੱਚ ਚੈਲੰਜ ਕੀਤਾ, ਉਹਦੇ ਉੱਤੇ ਪੌਜ਼ ਹੈ, ਉਹਦੇ ਉੱਤੇ ਸਟੇ ਹੈ, ਐਵਰੀਬਾਡੀ ਨੋਜ਼। ਔਰ ਮਾਈਗ੍ਰੈਂਟਸ ਦੇ ਲਈ ਜੋ ਡੋਨਲਡ ਟਰੰਪ ਦੇ ਸ਼ੁਭ ਵਿਚਾਰ ਨੇ, ਐਵਰੀਬਾਡੀ ਨੋਜ਼। ਹੁਣ ਇਹ ਵੀ ਪੁਆਇੰਟਸ ਨੇ। ਫਿਰ ਐਲਨ ਮਸਕ ਦੀ ਸਪੋਰਟ ਕਿਉਂ ਲੈ ਰਹੇ ਹੋ? ਸੋ ਮੈਨੀ ਪੁਆਇੰਟਸ। ਜਿੱਧਰ ਫਾਇਦਾ ਦੇਖੋ ਉੱਧਰ ਚਲੇ ਜਾਓ, ਕਿਉਂਕਿ ਪ੍ਰਵਾਸੀਆਂ ਦੇ ਸਿਰ ਦੇ ਉੱਤੇ ਹੀ ਤਾਂ ਮੈਂ ਵੋਟ ਬੈਂਕ ਕ੍ਰੀਏਟ ਕੀਤਾ, ਉੱਦਾਂ ਹੀ ਤਾਂ ਇਮੋਸ਼ਨਲੀ ਚਾਰਜ ਕਰਦਾ ਲੋਕਾਂ ਨੂੰ, ਉਹਨਾਂ ਦੇ ਖਿਲਾਫ ਭੜਕਾ ਕੇ, ਉਹੀ ਤਾਂ ਮੇਰਾ ਵੋਟ ਬੈਂਕ ਹੈ। ਔਰ ਅਦਰ ਕਮਲਾ ਹੈਰਿਸ ਦਾ ਵੋਟ ਬੈਂਕ ਕਿਹੜਾ ਹੈ? ਅਬੋਰਸ਼ਨ ਇਸ਼ੂ। ਅਬੋਰਸ਼ਨ ਦੇ ਉੱਤੇ ਹਰ ਥਾਂ ਤੇ ਮਾਈ ਬਾਡੀ ਮਾਈ ਚੋਇਸ। ਔਰ ਹੁਣ ਉਹ ਇੱਕ ਲੇਡੀ ਜਿਨ੍ਹਾਂ ਦੀ ਡੈਥ ਹੋਈ ਸੀ, ਮੈਡੀਕੇਸ਼ਨ ਪ੍ਰੋਪਰ ਨਹੀਂ ਹੋਇਆ ਸੀ, ਉਸ ਨੂੰ ਹੁਣ ਪੂਰੀ ਤਰ੍ਹਾਂ ਉਭਾਰਿਆ ਜਾ ਰਿਹਾ ਹੈ ਔਰ ਉਸ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ ਡੋਨਲਡ ਟਰੰਪ ਔਰ ਉਹਨਾਂ ਦੇ ਕੈਂਪ ਦੇ ਖਿਲਾਫ ਇਲੈਕਸ਼ਨਸ ਦੇ ਵਿੱਚ ਵੋਟ ਬੈਂਕ ਕ੍ਰੀਏਟ ਕਰਨਾ। ਸੋ ਇਹ ਤਮਾਮ ਮੁੱਦੇ ਚੱਲਦੇ ਪਏ ਨੇ। ਠੀਕ ਹੈ, ਇਲੈਕਸ਼ਨ ਹੈ ਤਾਂ ਇਹਦੇ ਵਿੱਚ ਤੇ ਇਹ ਸਭ ਚੱਲੇਗਾ ਹੀ। ਨਾਲ ਗੱਲ ਇਹ ਵੀ ਹੁੰਦੀ ਹੈ ਕਿ ਇਸ ਵਕਤ ਦੁਨੀਆ ਦੀਆਂ 3 ਚੀਜ਼ਾਂ ਨੇ ਜਿਹਦੇ ਉੱਤੇ ਪੂਰੀ ਦੁਨੀਆ ਧਿਆਨ ਦਿੰਦੀ ਪਈ ਹੈ। ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀਆਂ ਇਲੈਕਸ਼ਨਸ, ਗਾਜ਼ਾ ਇਜ਼ਰਾਈਲ ਵਾਰ, ਯੂਕਰੇਨ ਰਸ਼ੀਆ ਵਾਰ, ਇਹ 3 ਇਹ ਟ੍ਰਾਇਐਂਗਲ ਆ। ਹਜੇ ਤਾਈਵਾਨ ਦਾ ਹੌਟ ਸਪੌਟ ਖੁੱਲ੍ਹਿਆ ਨਹੀਂ, ਹਜੇ ਸੁਲਗਦਾ ਪਿਆ ਜਵਾਲਾਮੁਖੀ। ਰੱਬ ਨਾ ਕਰੇ ਖੁੱਲ੍ਹੇ, ਨਹੀਂ ਤਾਂ ਹੋਰ ਕੋਈ ਭੰਬਲ ਭੂਸਾ ਖੜਾ ਹੋ ਜਾਣਾ ਪੂਰੀ ਦੁਨੀਆ ਵਾਸਤੇ।
ਔਰ ਇਸ ਵਕਤ ਮਿਡਲ ਈਸਟ ਦੇ ਵਿੱਚ ਜਿਹੜੀ ਗੜਬੜ ਚੱਲਦੀ ਪਈ ਆ ਉਹਦਾ ਪ੍ਰਭਾਵ ਇਹ ਪੈ ਰਿਹਾ ਕਿ ਜਿਹੜਾ ਕੱਚਾ ਤੇਲ ਆ ਉਹਦੀਆਂ ਕੀਮਤਾਂ ਨੂੰ ਲੈ ਕੇ ਰੋਜ਼ ਫਲਕਚੁਏਸ਼ਨਸ ਨੇ ਇਕਨੋਮੀ ਦੇ ਵਿੱਚ। ਸੋ ਉਹ ਵੀ ਨਾਲ ਧਿਆਨ ਦੇਣ ਯੋਗ ਗੱਲ ਹੈ ਕਿ ਇਹਦਾ ਅਸਰ ਕੀ ਪੈ ਰਿਹਾ। ਸੋ ਨਾਲ ਅਮਰੀਕਾ ਦੀ ਧਰਤੀ ਦੇ ਉੱਤੇ ਇਹ ਵੀ ਗੱਲ ਚੱਲਦੀ ਪਈ ਆ ਕਿ ਇਲੈਕਸ਼ਨਸ ਦੇ ਰਿਜ਼ਲਟਸ ਦੇ ਉੱਤੇ ਈਰਾਨ, ਰਸ਼ੀਆ ਤੇ ਚਾਈਨਾ ਨੈਗੇਟਿਵ ਪ੍ਰਭਾਵ ਪਾ ਸਕਦੇ ਨੇ ਥਰੂ ਟੈਕਨੋਲੋਜੀ, ਥਰੂ ਆਰਟੀਫਿਸ਼ੀਅਲ ਇੰਟੈਲੀਜੈਂਸ। ਹਾਲਾਂਕਿ ਤਿੰਨਾਂ ਦੇਸ਼ਾਂ ਦੇ ਆਫੀਸ਼ੀਅਲੀ ਅਥਾਰਟੀਜ਼ ਨੇ ਇਹ ਅਨਾਉਂਸ ਕੀਤਾ ਕਿ ਬਈ ਅਸੀਂ ਨਹੀਂ ਪਾਵਾਂਗੇ। ਵਾਈ ਸ਼ੁੱਡ ਵੀ? ਅਸੀਂ ਇਹ ਦੇਖਾਂਗੇ ਤੁਹਾਡੀ ਕਿਹੜੀ ਐਡਮਿਨਿਸਟ੍ਰੇਸ਼ਨ ਆਉਂਦੀ ਆ, ਉਸ ਤੋਂ ਬਾਅਦ ਸਾਡੀਆਂ ਕੰਟਰੀਜ਼ ਨਾਲ ਕੀ ਰਿਲੇਸ਼ਨਸ ਬਣਦੇ ਆ। ਕਿਉਂਕਿ ਕਿਤੇ ਨਾ ਕਿਤੇ ਜਦੋਂ ਆਇਲ ਦੀ ਗੱਲ ਆਉਂਦੀ ਆ ਤਾਂ ਜੋ ਬਾਈਡਨ ਨੇ ਇਹ ਗੱਲ ਕਹੀ ਕਿ ਈਰਾਨ ਸਾਨੂੰ ਕੀ ਫੈਸਿਲਿਟੀ ਦੇ ਰਿਹਾ ਔਰ ਇਜ਼ਰਾਈਲ ਸਾਨੂੰ ਕੀ ਫੈਸਿਲਿਟੀ ਦੇ ਰਿਹਾ, ਉਹਦੇ ਮੁਤਾਬਿਕ ਟ੍ਰੇਡ ਸੈੱਟ ਹੋਏਗਾ। ਯਾਨੀ ਕਿ ਬਿਜ਼ਨਸ ਵਿੱਚ ਵੀ ਬੱਲੇ ਬੱਲੇ ਚਾਹੀਦੀ ਹੈ। ਜੇ ਈਰਾਨ ਫੈਸਿਲਿਟੀ ਦੇਗਾ ਤਾਂ ਯੂਨਾਈਟਿਡ ਸਟੇਟਸ ਆਫ ਅਮਰੀਕਾ ਟ੍ਰੇਡ ਉਹਦੇ ਨਾਲ ਕਰੇਗਾ, ਆਇਲ, ਕੱਚਾ ਤੇਲ। ਇਟਸ ਪ੍ਰੈਟੀ ਕਲੀਅਰ। ਔਰ ਰਸ਼ੀਆ ਕਿਹਨਾਂ ਨੂੰ ਚਾਹੁੰਦਾ ਹੈ, ਕਈ ਵਾਰ ਗੱਲ ਹੁੰਦੀ ਹੈ ਜੀ ਡੋਨਲਡ ਟਰੰਪ ਨੂੰ ਚਾਹੁੰਦੇ ਨੇ ਜੀ ਉਹ ਜਿੱਤ ਜਾਣ, ਕਿਉਂਕਿ ਉਹਨਾਂ ਨਾਲ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਔਰ ਰਸ਼ੀਆ ਦੇ ਸੰਬੰਧ ਬਹੁਤ ਵਧੀਆ ਹੋ ਜਾਣੇ ਨੇ। ਇਹ ਵੀ ਗੱਲ ਹੁੰਦੀ ਹੈ। ਔਰ ਡੋਨਲਡ ਟਰੰਪ ਤਾਂ ਕਹਿੰਦੇ ਨੇ ਮੈਂ ਯੁੱਧ ਨਹੀਂ ਹੋਣ ਦੇਣਾ ਸੀ ਯੂਕਰੇਨ ਦੇ ਨਾਲ, ਔਰ ਯੂਕਰੇਨ ਦਾ ਜਿਹੜਾ ਯੁੱਧ ਹੈ ਉਹ ਗਲਤੀ ਜ਼ੈਲੈਂਸਕੀ ਦੀ ਹੈ, ਜੋ ਪ੍ਰੈਜ਼ੀਡੈਂਟ ਆਫ ਯੂਕਰੇਨ ਨੇ। ਉਹਨਾਂ ਨੂੰ ਗਲਤੀ ਨਹੀਂ ਕਰਨੀ ਚਾਹੀਦੀ ਸੀ। ਜਦੋਂ ਰਸ਼ੀਆ ਨੇ ਇਨਵੇਜ਼ਨ ਕੀਤਾ, ਸਟ੍ਰਾਈਕ ਮਾਰੀ, ਅਟੈਕ ਮਾਰਿਆ ਯੂਕਰੇਨ ਦੇ ਉੱਤੇ, ਉਹਨਾਂ ਨੂੰ ਇੰਟਰਨੈਸ਼ਨਲ ਕਮਿਊਨਿਟੀ ਦੇ ਕੋਲ ਆਉਣਾ ਚਾਹੀਦਾ ਸੀ ਵੀ ਆਪ ਮੈਨੂੰ ਬਚਾਓ, ਦੱਸੋ ਕੀ ਕਰੀਏ। ਉਹ ਚਲੇ ਗਏ ਨਾਟੋ ਦਾ ਮੈਂਬਰ ਬਣਨਾ ਹੈ। ਉਹ ਗੱਲਾਂ ਹੀ ਕਿੱਧਰ ਹੋਰ ਤੁਰ ਪਈਆਂ। ਨਾਟੋ ਦੀ ਪ੍ਰੋਕਸੀ ਵਾਰ ਲੜਦੇ ਪਏ ਨੇ, ਨਾਟੋ ਉਹਨਾਂ ਨੂੰ ਐਮਿਨੂਸ਼ਨ ਦਿੰਦਾ ਪਿਆ, ਨਾਟੋ ਉਹਨਾਂ ਨੂੰ ਪੈਸੇ ਦਿੰਦਾ ਪਿਆ ਔਰ ਉਹ ਯੁੱਧ ਲੜੀ ਜਾਂਦੇ ਨੇ। ਔਰ ਨਾਟੋ ਕੰਟਰੀਜ਼ ਨਾਲ ਡੀਲ ਕਰਦੇ ਪਏ ਨੇ ਕਿ ਇਹ ਮੇਰੀ ਵਿਕਟਰੀ ਪਲਾਨ ਹੈ, ਮੈਂ ਜਿੱਤ ਗਿਆ ਅਤੇ ਉਸ ਤੋਂ ਬਾਅਦ ਜਿਹੜੇ ਯੂਕਰੇਨ ਦੇ ਨੈਚੁਰਲ ਰਿਸੋਰਸਿਸ ਨੇ ਉਹਦੇ ਵਿੱਚ ਤੁਹਾਡੇ ਨਾਲ ਭਾਈਵਾਲੀ ਕਰਾਂਗਾ। ਇਹ ਲਾਲਚ ਦਿੰਦੇ ਪਏ ਨੇ ਨਾਟੋ ਕੰਟਰੀਜ਼ ਨੂੰ, ਜਦ ਕਿ ਉਹਨਾਂ ਨੈਚੁਰਲ ਰਿਸੋਰਸਿਸ ਦੇ ਉੱਤੇ ਸਿਰਫ ਯੂਕਰੇਨ ਦੇ ਲੋਕਾਂ ਦਾ ਹੱਕ ਹੈ, ਕੁਦਰਤ ਨੇ ਦਿੱਤਾ। ਹਾਲਾਂਕਿ ਪੂਰੀ ਦੁਨੀਆ ਦੇ ਜਿਹੜੇ ਨੈਚੁਰਲ ਰਿਸੋਰਸਿਸ ਨੇ ਉਹ ਸਾਂਝੇ ਹੁੰਦੇ ਨੇ, ਪਰ ਜਦੋਂ ਦੇਸ਼ਾਂ ਦਾ ਨਿਰਮਾਣ ਹੋਵੇ ਉਦੋਂ ਫਿਰ ਲੋਕਾਂ ਦੀ ਪ੍ਰਾਇੋਰਟੀ ਦੇਖੀ ਜਾਏਗੀ, ਕਿਹੜੇ ਲੋਕਾਂ ਨੂੰ ਪਹਿਲ ਮਿਲਦੀ ਹੈ। ਜਿਹੜੇ ਦੇਸ਼ ਦੇ ਬਾਸ਼ਿੰਦੇ ਨੇ, ਦੇਸ਼ ਦੇ ਨਾਗਰਿਕ ਨੇ, ਪਹਿਲਾਂ ਉਹਨਾਂ ਦਾ ਹੀ ਹੱਕ ਹੁੰਦਾ ਨਾ। ਹੁਣ ਅਮਰੀਕਾ ਦੇ ਸਾਰੇ ਨੈਚੁਰਲ ਰਿਸੋਰਸਿਸ ਦੇ ਉੱਤੇ ਪਹਿਲਾਂ ਅਮਰੀਕਨਸ ਦਾ ਹੱਕ ਹੈ, ਬਾਹਰਲੇ ਲੋਕਾਂ ਦਾ ਥੋੜ੍ਹਾ ਹੱਕ ਹੈ। ਸੋ ਦਿਸ ਇਜ਼ ਮਤਲਬ ਕ੍ਰਿਸਟਲ ਕਲੀਅਰ ਗੱਲ ਹੈ, ਇਹਦੇ 'ਚ ਕੋਈ ਸੋਚਣ ਵਾਲੀ ਗੱਲ ਤਾਂ ਹੈ ਨਹੀਂ। ਉਧਰ ਚਾਈਨਾ ਨਾਲ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਕੀ ਰਿਲੇਸ਼ਨਸ ਨੇ। ਐਲਨ ਮਸਕ ਦੀ ਸਭ ਤੋਂ ਪਿਆਰੀ, ਸਭ ਤੋਂ ਮਹਿੰਗੀ ਕਾਰ ਚਾਈਨਾ 'ਚ ਬਣਦੀ ਹੈ। ਇਹ ਵੀ ਟ੍ਰੇਡ ਹੈ, ਨਾਲ ਲੜਾਈਆਂ ਦੀਆਂ ਗੱਲਾਂ ਵੀ ਹੁੰਦੀਆਂ ਨੇ, ਨਾਲ ਵਪਾਰ ਵੀ ਹੁੰਦੇ ਨੇ। ਇਨਵੇਡਰਸ ਐਂਡ ਟ੍ਰੇਡਰਸ ਹਰ ਥਾਂ 'ਤੇ ਬੈਠੇ ਨੇ, ਜੰਗਾਂ ਜਿੱਤਣ ਵਾਲੇ ਵੀ ਬੈਠੇ ਨੇ, ਵਪਾਰ ਦੇ ਵਿੱਚ ਵੀ ਜਿੱਤਣ ਵਾਲੇ ਬੈਠੇ ਨੇ। ਟ੍ਰੇਡਰਸ, ਇਨਵੇਡਰਸ, ਜੰਗਾਂ ਵਾਲੇ, ਇਹ ਦੋਵੇਂ ਚਲਾਉਂਦੇ ਨੇ ਦੁਨੀਆ ਨੂੰ, ਔਰ ਇਹ ਹਾਲਾਤ ਬਣੇ ਹੋਏ ਨੇ। ਸੋ ਆਫੀਸ਼ੀਅਲੀ ਇਹ ਗੱਲ ਈਰਾਨ ਨੇ ਵੀ ਕਹੀ ਹੈ, ਇਹ ਚਾਈਨਾ ਨੇ ਵੀ ਕਹੀ ਹੈ, ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਇਲੈਕਸ਼ਨਸ ਦੇ ਉੱਤੇ ਅਸੀਂ ਕੋਈ ਅਸਰ ਨਹੀਂ ਪਾਵਾਂਗੇ। ਇਹ ਰਸ਼ੀਆ ਨੇ ਵੀ ਕਿਹਾ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਹ ਕੋਈ ਇੱਦਾਂ ਦਾ ਪ੍ਰਭਾਵ ਨਹੀਂ ਹੋਏਗਾ। ਫਿਰ ਵੀ ਇੱਦਾਂ ਦੀਆਂ ਰਿਊਮਰਸ ਚੱਲਦੀਆਂ ਪਈਆਂ ਨੇ ਕਿ ਜਿਹੜੇ ਟਾਰਗੇਟ ਕੀਤੇ ਜਾ ਰਹੇ ਨੇ ਅਮਰੀਕਨ ਵੋਟਰਸ, ਉਹਨਾਂ ਦੇ ਦਿਮਾਗ ਨੂੰ ਪੋਲਿਊਟ ਕਰਨ ਵਾਸਤੇ, ਉਹਨਾਂ ਦੇ ਦਿਮਾਗ ਦੇ ਵਿੱਚ ਪ੍ਰਦੂਸ਼ਣ ਪਾਉਣ ਵਾਸਤੇ, ਤਾਂ ਕਿ ਇਲੈਕਸ਼ਨਸ ਦਾ ਰਿਜ਼ਲਟ ਸਹੀ ਨਾ ਆਵੇ। ਇਹ ਕਈ ਸੋਸ਼ਲ ਮੀਡੀਆ ਪਲੇਟਫਾਰਮ ਦੇ ਜ਼ਰੀਏ ਇਹ ਕੰਟਰੀਜ਼ ਜਿਹੜੀਆਂ ਤਿੰਨੋਂ ਨੇ ਇਹ ਕਾਰਗੁਜ਼ਾਰੀ ਕਰਦੀਆਂ ਪਈਆਂ ਨੇ। ਇੱਥੋਂ ਤੱਕ ਵੀ ਗੱਲਾਂ ਹੁੰਦੀਆਂ ਪਈਆਂ ਨੇ, ਹਾਲਾਂਕਿ ਕੋਈ ਡਾਕੂਮੈਂਟਸ ਨਹੀਂ ਹੈਗੇ, ਫਿਰ ਵੀ ਕਿ ਕਮਲਾ ਹੈਰਿਸ ਰਸ਼ੀਆ ਦੀ ਇੰਟੈਲੀਜੈਂਸੀ ਨਾਲ ਮਿਲ ਕੇ ਕੰਮ ਕਰਦੇ ਪਏ ਨੇ। ਦੱਸੋ ਹੁਣ ਇੱਥੇ ਤੱਕ ਗੱਲਾਂ, ਰਿਊਮਰਸ, ਇੰਨੀਆਂ ਖਤਰਨਾਕ ਰਿਊਮਰਸ। ਕਮਲਾ ਹੈਰਿਸ ਰਸ਼ੀਆ ਦੇ ਇੰਟੈਲੀਜੈਂਟ ਗਰੁੱਪਸ ਜਿਹੜੀਆਂ ਸੀਕ੍ਰੇਟ ਏਜੰਸੀਜ਼ ਉਹਨਾਂ ਨਾਲ ਮਿਲ ਕੇ ਕੀ ਕੰਮ ਕਰਨਗੇ। ਮਤਲਬ ਕੋਈ ਪ੍ਰੂਫ ਨਹੀਂ ਹੈ, ਬਟ ਰਿਊਮਰਸ ਨੇ। ਪਹਿਲਾਂ ਵੀ ਰਿਊਮਰਸ ਸੀ ਕਿ ਜਿਹੜਾ 6 ਸਟੇਟਸ ਦੇ ਵਿੱਚ ਤੂਫਾਨ ਆਇਆ ਹੈ ਅਮਰੀਕਾ ਦੇ ਵਿੱਚ, ਉਹ ਜੀ ਇਹਨਾਂ ਨੇ ਮਸ਼ੀਨਾਂ ਦੇ ਨਾਲ ਵੈਦਰ ਕੰਟਰੋਲ ਕਰਕੇ ਤੂਫਾਨ ਨਕਲੀ ਪੈਦਾ ਕਰ ਦਿੱਤਾ। ਇਹ ਕੁਦਰਤੀ ਨਹੀਂ ਸੀ। ਮਤਲਬ ਇੱਦਾਂ ਦੀਆਂ ਰਿਊਮਰਸ, ਇੱਦਾਂ ਦੀਆਂ ਸੋਚਾਂ ਇਹ ਕਿੱਧਰ ਲੈ ਕੇ ਜਾਣਗੀਆਂ। ਔਰ ਡੋਨਲਡ ਟਰੰਪ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਰਿਊਮਰ ਦੀ ਤੋਪ ਚਲਾ ਦਿੰਦੇ ਨੇ, ਧਮਾਕਾ ਕਰ ਦਿੰਦੇ ਨੇ। ਪੋਲੀਟੀਕਲ ਪਲੇਬੁੱਕ ਉਹਨਾਂ ਦੀ ਬੜੀ ਸਮਾਰਟ ਹੈ। ਹੁਣ ਇਹ ਵੀ ਚੱਲਦਾ, ਜੇ ਕਮਲਾ ਹੈਰਿਸ ਦੀ ਪਲੇਬੁੱਕ ਦੇ ਵਿੱਚ ਡੈਮੋਕ੍ਰੇਟਸ ਦੀ ਕੋਈ ਏਜੰਡੇ ਦੀ ਗੱਲ ਹੁੰਦੀ ਆ ਤਾਂ ਉਹ ਵੀ ਇੱਕ ਸਮਾਰਟ ਮੂਵ ਹੁੰਦੀ ਆ, ਕਿਉਂਕਿ ਬੇਸਿਕਲੀ ਵੋਟਰਸ ਦੇ ਦਿਮਾਗ ਨੂੰ ਸੋਚਣ ਨਹੀਂ ਦੇਣਾ, ਉਹਨਾਂ ਦੇ ਦਿਮਾਗ ਨੂੰ ਆਪਣੇ ਕੰਟਰੋਲ 'ਚ ਲੈਣਾ ਅਤੇ ਉਹਨਾਂ ਦੇ ਦਿਮਾਗ ਦੇ ਵਿੱਚ ਆਪਣੀ ਸੋਚ ਪਾਉਣੀ ਹੈ। ਦੈਟ ਇਜ਼ ਦ ਮੇਨ ਥਿੰਗ।
ਇਸ ਕਰਕੇ ਐਕਸਪਰਟਸ ਕਹਿੰਦੇ ਨੇ ਯਾਰ ਵੋਟਾਂ ਕਾਊਂਟ ਨਹੀਂ ਕਰਦੀਆਂ ਹੁੰਦੀਆਂ। ਕੀ ਵੋਟਾਂ ਕਾਊਂਟ ਕਰਨੀਆਂ ਨੇ? ਤੁਹਾਡੇ ਕੋਲ ਵੋਟ ਪਵਾਈ ਜਾਂਦੀ ਹੈ ਜਿੱਧਰ ਪਵਾਉਣੀ ਆ, ਤੁਸੀਂ ਆਪਣੀ ਸੋਚ ਤੋਂ ਉੱਤੇ ਕੰਮ ਹੀ ਨਹੀਂ ਲੈਂਦੇ। ਹੁਣ ਆਹ ਚੀਜ਼ ਹੈ, ਆਪਣੀ ਸੋਚ ਤੋਂ ਕੰਮ ਲੈਣ ਵਾਲੇ ਜਿਹੜੇ ਵੋਟਰਸ ਨੇ, ਦੋਜ਼ ਆਰ ਐਕਟਿਵ ਸਿਟੀਜ਼ਨਸ, ਜਾਗਰੂਕ ਨਾਗਰਿਕ ਉਹੀ ਨੇ, ਔਰ ਉਹੀ ਤੈਅ ਕਰਦੇ ਨੇ ਫਿਊਚਰ ਕਿਸੇ ਵੀ ਦੇਸ਼ ਦਾ। ਪਰ ਜੇ ਜ਼ਿਆਦਾ ਗਿਣਤੀ ਉਹਨਾਂ ਦੀ ਹੋ ਜਾਵੇ ਜਿਹੜੇ ਦੂਜੇ ਦੇ ਸਿਖਾਏ ਹੋਏ ਸਿੱਖਦੇ ਨੇ, ਦੂਜੇ ਦੇ ਓਪੀਨੀਅਨ ਨੂੰ ਆਪਣੇ ਦਿਮਾਗ 'ਚ ਰੱਖ ਕੇ ਵੋਟ ਪਾਉਂਦੇ ਨੇ, ਜੇ ਉਹਨਾਂ ਦੀ ਗਿਣਤੀ ਜ਼ਿਆਦਾ ਹੋ ਜਾਵੇ ਤੇ ਫਿਰ ਇਹ ਜੈਨੂਅਨ ਸੋਚ ਵਾਲੇ ਲੋਕ ਤਾਂ ਹਾਰਨਗੇ। ਕਿਉਂਕਿ ਡੈਮੋਕ੍ਰੇਸੀ ਆંકੜਿਆਂ ਦਾ ਖੇਲ ਹੈ, ਸਟੈਟਿਸਟਿਕਸ। ਕਿਹੜਾ ਜ਼ਿਆਦਾ ਆંકੜੇ ਲੈ ਗਿਆ ਉਹ ਜਿੱਤ ਗਿਆ, ਕਿਹੜਾ ਘੱਟ ਆંકੜੇ ਲੈ ਗਿਆ ਉਹ ਹਾਰ ਗਿਆ। ਕਈ ਵਾਰ ਕਹਿੰਦੇ ਨੇ ਇਹ ਮੈਜੋਰਿਟੀ ਦੀ ਗਵਰਨਮੈਂਟ ਹੈ ਡੈਮੋਕ੍ਰੇਸੀ। ਨੋ, ਐਕਸਪਰਟਸ ਕਹਿੰਦੇ ਨੇ ਇਹ ਮਾਈਨੋਰਿਟੀ ਦੀ ਗਵਰਨਮੈਂਟ ਹੈ, ਕਿਉਂਕਿ ਕੁਝ ਮੁੱਠੀ ਪਰ ਲੋਕ ਜਿਹੜੇ ਪਾਰਲੀਮੈਂਟ ਦੇ ਵਿੱਚ ਬੈਠਦੇ ਨੇ ਉਹ ਪੂਰੇ ਦੇਸ਼ ਦਾ ਫਿਊਚਰ ਡਿਸਾਈਡ ਕਰਦੇ ਨੇ। ਮੈਜੋਰਿਟੀ ਦੀ ਤਾਂ ਹੋਵੇ ਨਾ ਜੇ ਪੂਰੀ ਤਰ੍ਹਾਂ ਨਾਲ ਪਬਲਿਕ ਦੀ ਚੱਲਦੀ ਹੋਵੇ, ਫॉर द ਪੀਪਲ, ਆਫ द ਪੀਪਲ, ਬਾय द ਪੀਪਲ, ਪੂਰੀ ਤਰ੍ਹਾਂ ਨਾਲ ਪਬਲਿਕ ਦੀ ਚੱਲਦੀ ਹੈ, ਦੈਟ ਇਜ਼ ਮੈਜੋਰਿਟੀ, ਦੈਟ ਇਜ਼ ਲੋਕਤੰਤਰ, ਦੈਟ ਇਜ਼ ਡੈਮੋਕ੍ਰੇਸੀ। ਪਰ ਉਹ ਤਾਂ ਹੋ ਨਹੀਂ ਰਿਹਾ। ਡੈਮੋਕ੍ਰੇਸੀ ਤਾਂ ਕਿਤੇ ਵੀ ਨਹੀਂ ਹੈ 100%। ਤਾਂ ਇਹ ਕੁਛ ਇੱਕ ਮੁੱਠੀ ਭਰ ਲੋਕ ਜਿਹੜੇ ਪਾਰਲੀਮੈਂਟ ਦੇ ਵਿੱਚ ਕਬਜ਼ਾ ਕਰ ਲੈਂਦੇ ਨੇ, ਮਤਲਬ ਵੋਟਾਂ ਜਿੱਤ ਜਾਂਦੇ ਨੇ, ਉਹ ਮੁੱਠੀ ਭਰ ਲੋਕ ਡਿਸਾਈਡ ਕਰਦੇ ਨੇ ਪੂਰੇ ਦੇਸ਼ ਦਾ, ਪੂਰੇ ਲੋਕਾਂ ਦਾ ਫਿਊਚਰ। ਇਸ ਕਰਕੇ ਇਹ ਮੈਜੋਰਿਟੀ ਗਵਰਨਮੈਂਟ ਇਸ ਵਕਤ ਨਹੀਂ ਹੈ, ਇਹ ਮਾਈਨੋਰਿਟੀ ਦੀ ਗਵਰਨਮੈਂਟ ਹੁੰਦੀ, ਕਿਉਂਕਿ ਇਹ ਮਾਈਨੋਰਿਟੀ ਦੇ ਲੋਕ, ਗਿਣਤੀ ਦੇ ਲੋਕ, ਮੁੱਠੀ ਭਰ ਲੋਕ ਡਿਸਾਈਡ ਕਰਦੇ ਨੇ। ਪਬਲਿਕ ਦੀ ਸੁਣਦੇ ਕਿੱਥੇ ਨੇ? ਡੈਮੋਕ੍ਰੇਸੀ ਦੇ ਵਿੱਚ ਤੇ ਪਬਲਿਕ ਦੀ ਸੁਣੀ ਜਾਂਦੀ ਹੈ, ਪਰ ਇੱਥੇ ਡੈਮੋਕ੍ਰੇਸੀ ਰਹਿਣ ਹੀ ਨਹੀਂ ਦਿੱਤੀ ਗਈ, ਪਬਲਿਕ ਦੀ ਕੋਈ ਸੁਣਦਾ ਹੀ ਨਹੀਂ। ਇਹ ਮੁੱਠੀ ਭਰ ਲੋਕ ਆਪਣੀ ਸੁਣਾਉਂਦੇ ਨੇ ਔਰ ਆਪਣੇ ਓਪੀਨੀਅਨ ਲੋਕਾਂ ਦੇ ਮਨ ਦੇ ਵਿੱਚ ਵਾੜ ਕੇ ਉਹਨਾਂ ਨੂੰ ਆਪਣੇ ਮੁਤਾਬਿਕ ਵੋਟ ਪਵਾ ਲੈਂਦੇ ਨੇ। ਐਕਸਪਰਟਸ ਦੀ ਇਹ ਰਾਏ ਹੈ। ਸੋ ਬੈਕ ਟੂ ਦ ਪੁਆਇੰਟ। ਹੁਣ ਗੱਲ ਇੱਥੇ ਆਉਂਦੀ ਆ ਅਨਡਿਸਾਈਡਡ ਵੋਟਰਸ, ਡਿਸਾਈਡਡ ਵੋਟਰਸ। ਤਮਾਸ਼ਾ ਤਾਂ ਉਹੀ ਚੱਲਦਾ ਪਿਆ ਔਰ ਨਵੰਬਰ 5 ਤੱਕ ਇਹ ਤਮਾਸ਼ਾ ਚੱਲਦਾ ਹੀ ਰਹਿਣਾ। ਵਰਕਿੰਗ ਕਲਾਸ ਨੂੰ ਇੰਪ੍ਰੈਸ ਕਰਨ ਵਾਸਤੇ ਮੈਕਡੋਨਲਡ ਜਾਂਦੇ ਨੇ, ਡੋਨਲਡ ਟਰੰਪ ਉੱਥੇ ਜਾ ਕੇ ਫ੍ਰੈਂਚ ਫਰਾਈਜ਼ ਸਰਵ ਕਰਦੇ ਨੇ, ਬਰਗਰ ਸਰਵ ਕਰਦੇ ਨੇ। ਖੈਰ ਉਹ ਵੀ ਹੈ। ਔਰ ਇੱਧਰ ਕਮਲਾ ਹੈਰਿਸ ਵੀ ਇੱਕ ਗੱਲ ਕਰਦੇ ਨੇ ਕਿ ਮੈਂ ਮੈਕਡੋਨਲਡ ਦੇ ਵਿੱਚ ਕੰਮ ਕੀਤਾ ਸੀ ਆਪਣੇ ਹਿਸਟਰੀ ਦੇ ਵਿੱਚ, ਜਾਂ ਪਿਛੋਕੜ ਉਹਨਾਂ ਦਾ ਇਹ ਹੈ ਕਿ ਉਹਨਾਂ ਨੇ ਕੰਮ ਕੀਤਾ। ਜਦੋਂ ਵੀ ਲੋੜ ਪੈਂਦੀ ਬੰਦਾ ਤਰ੍ਹਾਂ ਤਰ੍ਹਾਂ ਦੇ ਕੰਮ ਕਰਦਾ। ਪਰ ਡੋਨਲਡ ਟਰੰਪ ਦੇ ਸੋਨੇ ਦਾ ਚਮਚਾ ਲੈ ਕੇ ਪੈਦਾ ਹੋਏ ਨੇ, ਅਮੀਰ ਘਰ ਦੇ ਵਿੱਚ ਪੈਦਾ ਹੋਏ ਨੇ, ਔਰ ਕਮਲਾ ਹੈਰਿਸ ਮਿਡਲ ਕਲਾਸ ਦੇ ਨੇ। ਇਸ ਕਰਕੇ ਕਹਿੰਦੇ ਮੈਨੂੰ ਆਪਣੇ ਖਰਚੇ ਪੂਰੇ ਕਰਨ ਵਾਸਤੇ ਜੌਬ ਵੀ ਕਰਨੀ ਪੈਂਦੀ ਹੈ। ਹਾਲਾਂਕਿ ਪੜ੍ਹੇ ਲਿਖੇ ਨੇ, ਦੇਖੋ ਕਿੱਥੇ ਤੱਕ ਪੜ੍ਹੇ ਨੇ ਔਰ ਪੂਰੀ ਲੀਗਲ ਬੈਕਗਰਾਊਂਡ ਆ, ਬਟ ਯੂ ਨੋ ਹਾਲਾਤ। ਸੋ ਇਸ ਕਰਕੇ ਕਮਲਾ ਹੈਰਿਸ ਕਹਿੰਦੇ ਨੇ ਕਿ ਮੈਂ ਜਿਹੜੀਆਂ ਪਾਲਿਸੀਜ਼ ਬਣਾਉਣੀਆਂ ਨੇ ਉਹ ਮੇਰੇ ਪਿੰਡੇ 'ਤੇ ਹੰਡਾਏ ਹੋਏ ਦੁੱਖਾਂ ਦੇ ਵਿੱਚੋਂ ਨਿਕਲਣੀਆਂ ਨੇ, ਮੈਂ ਗੱਪਾਂ ਨਹੀਂ ਮਾਰਦੇ। ਇਹ ਉਹਨਾਂ ਦਾ ਇੱਕ ਪਲੱਸ ਪੁਆਇੰਟ ਆ ਜੋ ਲੋਕ ਪਸੰਦ ਕਰਦੇ ਨੇ। ਤਾਂ ਹੀ ਲੋਕ ਉਹਨਾਂ ਦੀਆਂ ਪਾਲਿਸੀਜ਼ ਵੱਲ ਜ਼ਿਆਦਾ ਜਾਂਦੇ ਨੇ, ਉਹਨਾਂ ਨੂੰ ਜ਼ਿਆਦਾ ਸੁਣਨਾ ਚਾਹੁੰਦੇ ਨੇ। ਉਹਨਾਂ ਨੂੰ ਲੱਗਦਾ ਕਿ ਸਾਡੀ ਗੱਲ ਕਰਦੀ ਆ, ਸਾਡੇ ਮਨ ਦੀ ਗੱਲ ਕਰਦੀ ਹੈ, ਇਹ ਸਾਡੇ ਵਿੱਚੋਂ ਹੀ ਹੈ, ਇਹ ਫੀਲ ਕਰਦੇ ਨੇ ਲੋਕ। ਜਾਂ ਡੋਨਲਡ ਟਰੰਪ ਨੂੰ ਇੱਦਾਂ ਫੀਲ ਨਹੀਂ ਕਰਦੇ ਕਿ ਸਾਡੇ ਵਿੱਚੋਂ ਨਹੀਂ, ਕਿਉਂਕਿ ਰੀਅਲ ਐਸਟੇਟ ਕਿੰਗ, ਟਰੰਪ ਟਾਵਰ, ਕੈਸੀਨੋਜ਼, ਗੋਲਫ ਕਲੱਬ, ਆਪਣੇ ਪਰਸਨਲ ਪਤਾ ਨਹੀਂ ਕੀ ਕੁਛ, ਇੰਨੀਆਂ ਪ੍ਰੋਪਰਟੀਜ਼ ਔਰ ਗੋਲਡ ਦਾ ਇੰਨਾ ਖੁੱਲ੍ਹ ਕੇ ਇਸਤੇਮਾਲ। ਰੱਬ ਜਾਣੇ, ਕਹਿੰਦੇ ਨੇ ਵੀ ਭਾਂਡੇ ਵੀ ਸੋਨੇ ਦੇ ਨੇ, ਗੋਡ ਨੋਜ਼। ਸੋ ਇਸ ਕਰਕੇ ਕਮਲਾ ਹੈਰਿਸ ਆਮ ਜਨਤਾ ਨੂੰ ਆਪਣੇ ਵਿੱਚੋਂ ਲੱਗਦੇ ਨੇ। ਨਾਓ ਫੈਕਟਰੀ ਵਰਕਰਸ, ਹੁਣ ਕਿਸੇ ਇੱਕ ਥਾਂ ਦੇ ਉੱਤੇ ਫੈਕਟਰੀ ਵਰਕਰਸ ਜਿਹੜੇ ਨੇ ਸੰਨ 2016 ਤੋਂ ਬਾਅਦ ਉਹਨਾਂ ਦੀ ਸੋਚ ਦੇ ਵਿੱਚ ਤਬਦੀਲੀ ਆਈ ਆ। ਪਹਿਲਾਂ ਜ਼ਿਆਦਾਤਰ ਉਹ ਡੈਮੋਕ੍ਰੈਟਸ ਨੂੰ ਹੀ ਸਪੋਰਟ ਕਰਦੇ ਰਹੇ, ਪਰ ਅੱਜ ਕੱਲ੍ਹ ਸ਼ਿਫਟਿੰਗ ਹੋ ਰਹੀ ਹੈ ਔਰ ਰਿਪਬਲਿਕਨਸ ਵੱਲ ਜਾ ਰਹੇ ਨੇ, ਡੋਨਲਡ ਟਰੰਪ ਵੱਲ ਜਾ ਰਹੇ ਨੇ ਕਮਲਾ ਹੈਰਿਸ ਦੀ ਬਜਾਏ। ਹੁਣ ਇਹਦੇ ਉੱਤੇ ਕੰਮ ਕਰਨਾ ਬਾਕੀ ਹੈ। ਹਾਲਾਂਕਿ ਕੰਮ ਜਦੋਂ ਕਰਦੇ ਨੇ ਉਹ ਵਰਕਰਸ ਆਪਣੀ ਆਪਣੀ ਥਾਵਾਂ ਦੇ ਉੱਤੇ ਤਾਂ ਟੀ-ਸ਼ਰਟਸ ਪਾਉਂਦੇ ਨੇ, ਕੁਝ ਡੋਨਲਡ ਟਰੰਪ ਨੂੰ ਸਪੋਰਟ ਕਰਦੇ ਨੇ, ਕੁਝ ਕਮਲਾ ਹੈਰਿਸ ਨੂੰ ਸਪੋਰਟ ਕਰਦੇ ਨੇ, ਪਰ ਫਿਰ ਵੀ ਉਹ ਕਹਿੰਦੇ ਨੇ ਕਿ ਅਸੀਂ ਅਨਡਿਸਾਈਡਡ ਆ, ਸਾਨੂੰ ਪਤਾ ਨਹੀਂ ਹੈਗਾ। ਹੁਣ ਉਹ ਕਦੋਂ ਡਿਸਾਈਡ ਕਰਨਗੇ ਔਰ ਕਿਹੜੇ ਫੈਕਟਰਸ, ਉਹ ਕਿਹੜੇ ਪੁਆਇੰਟਸ ਹੋਣਗੇ ਜਿਨ੍ਹਾਂ ਦੇ ਉੱਤੇ ਉਹ ਡਿਸਾਈਡ ਕਰਨਗੇ, ਜਿਨ੍ਹਾਂ ਨੂੰ ਆਧਾਰ ਬਣਾ ਕੇ, ਕਿਉਂਕਿ ਉਹਨਾਂ ਦੀ ਵੋਟ ਵੀ ਕਾਊਂਟ ਕਰਦੀ ਆ। ਬਲੂ ਕਾਲਰ ਜੌਬ, ਵਾਈਟ ਕਾਲਰ ਜੌਬ, ਬਹੁਤ ਮਿਡਲ ਕਲਾਸ ਹੀ ਆ ਗਈ ਨਾ ਸਾਰੀ। ਮਿਡਲ ਕਲਾਸ ਦੇ ਵੀ ਦੋ ਸੈਕਸ਼ਨ ਨੇ, ਅਪਰ ਮਿਡਲ ਕਲਾਸ, ਲੋਅਰ ਮਿਡਲ ਕਲਾਸ, ਵਾਟ ਐਵਰ, ਜਿੰਨੇ ਮਰਜ਼ੀ ਬਣਾਈ ਜਾਓ। ਇੱਕ ਮਿਡਲ ਕਲਾਸ ਵੀ ਬਣਾ ਲਓ, ਕੋਈ ਫਰਕ ਨਹੀਂ ਪੈਂਦਾ। ਸੋ ਫਰਕ ਇੱਦਾਂ ਪਏਗਾ ਕਿ ਇਹ ਕਿੱਦਾਂ ਡਿਸਾਈਡ ਕਰਨਗੇ, ਕਿੱਧਰ ਨੂੰ ਜਾਣਗੇ, ਕਿਉਂਕਿ ਇਹਨਾਂ ਦੀ ਵੋਟਰ ਵੀ ਮੈਟਰ ਕਰਦੀ ਹੈ, ਇਹਨਾਂ ਦੀ ਵੋਟ ਕਾਊਂਟ ਹੋਏਗੀ।
ਸੋ ਉਹ ਸਾਰੇ ਕਿਹੜੇ ਕਾਰਨ ਹੋ ਸਕਦੇ ਨੇ ਕਿ ਇਹ ਕਮਲਾ ਹੈਰਿਸ ਵੱਲੋਂ ਡੋਨਲਡ ਟਰੰਪ ਵੱਲ ਜਾ ਰਹੇ ਨੇ, ਡੈਮੋਕ੍ਰੈਟਸ ਵੱਲੋਂ ਸ਼ਿਫਟ ਹੋ ਕੇ ਰਿਪਬਲਿਕਨਸ ਵੱਲ ਜਾ ਰਹੇ ਨੇ। ਵਾਈ? ਇਹ ਕੀ ਰੀਜ਼ਨ ਨੇ ਜਿਨ੍ਹਾਂ ਨੂੰ ਟਾਰਗੇਟ ਕਰਨਾ ਪਏਗਾ, ਅਪਰੋਚ ਕਰਨਾ ਪਏਗਾ 2 ਹਫ਼ਤੇ ਦੇ ਅੰਦਰ। 2 ਹਫ਼ਤੇ ਦਾ ਟਾਈਮ, ਨਵੰਬਰ 5 ਤੱਕ। ਸੋ ਇਹ ਕਈ ਪੁਆਇੰਟਸ ਨੇ ਜਿਨ੍ਹਾਂ ਉੱਤੇ ਬਾਰ-ਬਾਰ ਗੱਲ ਹੁੰਦੀ ਆ। ਮਹਿੰਗਾਈ ਇਹਨਾਂ ਸਾਰੇ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਹੈ। ਮਹਿੰਗਾਈ ਮਿਡਲ ਕਲਾਸ ਦੀ ਜ਼ਿੰਦਗੀ ਦਾ ਹਿੱਸਾ ਹੈ, ਰਿਚ ਕਲਾਸ ਦਾ ਵੀ ਉਹੀ ਹਿੱਸਾ ਹੈ, ਬਟ ਉਹਨਾਂ ਕੋਲ ਪੈਸਾ ਹੈ ਇਸ ਕਰਕੇ ਫੀਲ ਨਹੀਂ ਹੁੰਦਾ। ਬਟ ਜਿਨ੍ਹਾਂ ਕੋਲ ਪੈਸਾ ਘੱਟ ਹੈ ਉਹਨਾਂ ਨੂੰ ਫੀਲ ਹੁੰਦਾ। ਹਾਲਾਂਕਿ ਕਿਤੇ ਨਾ ਕਿਤੇ ਤਨਖਾਹਾਂ ਵੀ ਵਧੀਆਂ ਨੇ, ਪੈਸਾ ਵੀ ਵਧਿਆ ਹੈ, ਪਰ ਮਾਈਂਡ ਸੈੱਟ ਉੱਦਾਂ ਦਾ ਹੋ ਗਿਆ ਹੈ ਆਫਟਰ ਕਰੋਨਾ ਵਾਇਰਸ। ਮਹਿੰਗਾਈ ਸਿਰ ਤੇ ਚੜੀ ਹੋਈ ਹੈ ਔਰ ਕਮਲਾ ਹੈਰਿਸ ਇਸ ਚੀਜ਼ ਨੂੰ ਐਕਸੈਪਟ ਕਰਦੇ ਨੇ ਕਿ ਮਹਿੰਗਾਈ ਘਟੀ ਹੈ, ਪਰ ਓਨੀ ਨਹੀਂ ਘਟੀ ਕਿ ਫੀਲ ਹੋਣੀ ਬੰਦ ਹੋ ਜਾਏ। ਉਹ ਫੀਲ ਹੋ ਰਹੀ ਹੈ, ਮਤਲਬ ਮਹਿੰਗਾਈ ਇੰਜੈਕਸ਼ਨ ਲਗਾਉਂਦੀ ਪਈ ਹੈ, ਸੂਈ ਚਬਾਉਂਦੀ ਪਈ ਆ। ਸੋ ਇਹਦੇ ਮੁਤਾਬਿਕ ਪਾਲਿਸੀਜ਼ ਕੀ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਰਿਲੈਕਸੇਸ਼ਨ ਮਿਲੇ, ਮਹਿੰਗਾਈ ਤੋਂ ਨਿਜਾਤ ਮਿਲੇ, ਮਹਿੰਗਾਈ ਤੋਂ ਰਾਹਤ ਮਿਲੇ। ਇੱਦਾਂ ਦੀਆਂ ਪਾਲਿਸੀਜ਼ ਮੈਂ ਬਣਾਉਣਾ ਚਾਹੁੰਦੀ ਹਾਂ। ਓਪਰਚੁਨਿਟੀ ਇਕੋਨਮੀ, ਦੈਟ ਇਜ਼ ਕਮਲਾ ਹੈਰਿਸ। ਸੋ ਇਹ ਸਭ ਗੱਲਾਂ ਜਦੋਂ ਉਹ ਕਰਦੇ ਨੇ ਕਿ ਇੱਦਾਂ ਦੀ ਇਕੋਨਮੀ ਬਣਾਉਣੀ, ਅਤੇ ਉਹਦੇ ਵਿੱਚੋਂ ਇੱਕ ਗੱਲ ਇਹ ਵੀ ਕਹਿੰਦੇ ਨੇ ਕਿ ਜਿਹੜੀ ਰਿਚ ਕਲਾਸ ਆ ਉਹਦੇ ਉੱਤੇ ਟੈਕਸਿਸ ਜ਼ਿਆਦਾ ਹੋ ਜਾਣਗੇ, ਮਿਡਲ ਕਲਾਸ ਉੱਤੇ, ਲੋ ਇਨਕਮ ਗਰੁੱਪ ਉੱਤੇ ਘੱਟ ਹੋਣਗੇ। ਔਰ ਕਿਤੇ ਨਾ ਕਿਤੇ ਕਮਲਾ ਹੈਰਿਸ ਦੇ ਐਡਵਾਈਜ਼ਰਸ ਇਹ ਵੀ ਕਹਿੰਦੇ ਨੇ ਕਿ ਅਸੀਂ ਪੂਰੀ ਤਰ੍ਹਾਂ ਨਾਲ ਰਿਚ ਕਲਾਸ ਨੂੰ ਛੱਡ ਥੋੜ੍ਹਾ ਸਕਦੇ ਹਾਂ, ਉਹਨਾਂ ਦੀਆਂ ਵੀ ਵੋਟਸ ਨੇ, ਉਹਨਾਂ ਦੀਆਂ ਵੀ ਵੋਟਸ ਕਾਊਂਟ ਹੁੰਦੀਆਂ ਨੇ। 8 ਲੱਖ ਵੋਟਾਂ ਡੋਨਲਡ ਟਰੰਪ ਵੱਲ ਲੈ ਕੇ ਆਉਣਾ ਚਾਹੁੰਦੇ ਨੇ ਐਲਨ ਮਸਕ, ਤਾਂ ਫਿਰ ਜਿਹੜੀ ਰਿਚ ਕਲਾਸ ਹੈ ਉਹਦੀਆਂ ਵੋਟਸ ਕਿੱਦਾਂ ਛੱਡ ਸਕਦੇ ਨੇ ਡੈਮੋਕ੍ਰੈਟਸ? ਕਮਲਾ ਹੈਰਿਸ ਦੇ ਐਡਵਾਈਜ਼ਰਸ, ਥਿੰਕ ਟੈਂਕਸ ਇਹ ਸਲਾਹ ਦਿੰਦੇ ਨੇ ਕਿ ਇੱਦਾਂ ਦੀ ਗੱਲ ਓਪਨ ਨਾ ਕਰੋ ਕਿ ਅਸੀਂ ਅਮੀਰ ਕਲਾਸ ਤੋਂ ਪੱਲਾ ਹੀ ਛੁਡਾਉਣਾ ਚਾਹੁੰਦੇ ਹਾਂ। ਇੱਦਾਂ ਦੀ ਗੱਲ ਤਾਂ ਨਹੀਂ। ਉਹਨਾਂ ਦੀਆਂ ਵੋਟਾਂ ਟੁੱਟ ਰਹੀ ਜਾਣ, ਸਾਡੇ ਕੋਲੋਂ ਟੁੱਟ ਕੇ ਉੱਧਰ ਚਲੇ ਜਾਣ, ਕਿਉਂਕਿ ਉਹ ਵੀ ਬਹੁਤ ਵੱਡਾ ਨੰਬਰ ਹੈ। ਕੁਝ ਇੱਦਾਂ ਦੀ ਗੱਲ ਕਿ ਕੁਝ ਇੱਦਾਂ ਮੈਨੇਜ ਹੋਏਗਾ ਆਫਟਰ ਕਿ ਅਸੀਂ ਜਦੋਂ ਜਿੱਤ ਜਾਂਦੇ ਹਾਂ, ਉਦੋਂ ਕੁਝ ਇੱਦਾਂ ਦਾ ਮੈਨੇਜ ਹੋਏਗਾ ਕਿ ਹਰ ਬੰਦਾ ਉਹਨਾਂ ਟੈਕਸਿਸ ਦੇਵੇ ਜਿੰਨਾ ਉਹ ਬਰਦਾਸ਼ਤ ਕਰ ਸਕਦਾ। ਲੋ ਇਨਕਮ ਗਰੁੱਪ ਜ਼ਿਆਦਾ ਬਰਦਾਸ਼ਤ ਨਹੀਂ ਕਰ ਸਕਦਾ, ਉਹਦੇ ਮੁਤਾਬਿਕ ਮਿਡਲ ਕਲਾਸ ਉਹਦੇ ਮੁਤਾਬਿਕ, ਰਿਚ ਕਲਾਸ ਉਹਦੇ ਮੁਤਾਬਿਕ, ਹਰ ਬੰਦੇ ਦੀ ਕਪੈਸਿਟੀ ਦੇ ਮੁਤਾਬਿਕ ਕੌਣ ਕਿੰਨਾ ਬੋਝ ਚੁੱਕ ਸਕਦਾ ਟੈਕਸਿਸ ਦਾ। ਕੁਝ ਇੱਦਾਂ ਦਾ ਫਰੇਮਵਰਕ ਬਣਾਉਣ ਦੀ ਜਾਂ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ। ਮਤਲਬ ਇੱਥੇ ਹੀ ਆ ਕਿ ਵੋਟਰਸ ਦੇ ਸਾਹਮਣੇ ਆਪਣੇ ਆਪ ਨੂੰ ਕਿਵੇਂ ਪ੍ਰੈਜ਼ੈਂਟ ਕਰਦੇ ਪਏ ਨੇ, ਕਿਉਂਕਿ ਪ੍ਰੈਜ਼ੈਂਟੇਸ਼ਨ ਹੀ ਸਭ ਕੁਝ ਹੈ। ਉਹਨੇ ਹੀ ਵੋਟਾਂ ਦਾ ਸਾਰਾ ਖਾਕਾ ਤਿਆਰ ਕਰਨਾ, ਸਾਰਾ ਬੈਂਕ ਤਿਆਰ ਕਰਨਾ। ਐਗਜ਼ਾਮਪਲ, ਟੇਬਲ ਦੇ ਉੱਤੇ 2 ਖਾਣ ਵਾਲੀਆਂ ਚੀਜ਼ਾਂ ਪਈਆਂ ਨੇ, ਇੱਕ ਸ਼ਾਹੀ ਪਨੀਰ, ਇੱਕ ਆਲੂ ਗੋਭੀ। ਹੁਣ ਸਾਰੇ ਸ਼ਾਹੀ ਪਨੀਰ ਹੀ ਖਾਣਗੇ, ਆਲੂ ਗੋਭੀ ਕੌਣ ਖਾਊਗਾ ਸ਼ਾਹੀ ਪਨੀਰ ਦੇ ਮੁਕਾਬਲੇ? ਪਰ ਉਸ ਪ੍ਰੈਜ਼ੈਂਟ ਕਰਨ ਵਾਲੇ ਨੇ, ਸ਼ੈਫ ਨੇ, ਆਲੂ ਗੋਭੀ ਇੱਦਾਂ ਪ੍ਰੈਜ਼ੈਂਟ ਕੀਤੀ, ਇੱਦਾਂ ਸਜਾ ਕੇ ਰੱਖੀ ਹੋਈ ਆ ਕਿ ਉਹ ਅੱਖਾਂ ਨੂੰ ਟੇਸਟੀ ਲੱਗਦੀ ਆ। ਖਾਣਾ ਖਾਣ ਤੋਂ ਪਹਿਲਾਂ, ਜ਼ੁਬਾਨ ਦੇ ਟੇਸਟ ਤੋਂ ਪਹਿਲਾਂ ਅੱਖਾਂ ਦਾ ਟੇਸਟ ਇਹ ਮੈਟਰ ਕਰਦਾ। ਅੱਖਾਂ ਨਾਲ ਅਸੀਂ ਪਹਿਲਾਂ ਟੇਸਟ ਕਰਦੇ ਹਾਂ ਕਿਸੇ ਵੀ ਚੀਜ਼ ਨੂੰ, ਉਹ ਸਜਾ ਕੇ ਕਿਵੇਂ ਰੱਖੀ ਹੋਈ। ਤਾਂ ਉਹਨੇ ਆਲੂ ਗੋਭੀ ਇੱਦਾਂ ਦੀ ਸਜਾਈ ਹੋਈ ਆ ਕਿ ਉਹ ਸ਼ਾਹੀ ਪਨੀਰ ਨਾਲੋਂ ਜ਼ਿਆਦਾ ਟੇਸਟੀ ਲੱਗਦੀ ਪਈ ਹੈ ਦੇਖਣ 'ਚ। ਤਾਂ ਜਿਹੜੇ ਸ਼ਾਹੀ ਪਨੀਰ ਲੈਂਦੇ ਵੀ ਪਏ ਨੇ, ਆਪਣੇ ਪਲੇਟ 'ਚ ਪਾਉਂਦੇ ਪਏ ਨੇ, ਉਹਨਾਂ ਨੇ ਥੋੜ੍ਹੀ ਜਿਹੀ ਇੱਦਾਂ ਜੇ ਕਰਕੇ ਆਲੂ ਗੋਭੀ ਚੁੱਕ ਕੇ ਆਪਣੀ ਪਲੇਟ 'ਚ ਪਾ ਲਈ, ਤਾਂ ਉਹ ਸ਼ੈਫ ਜਿੱਤ ਗਿਆ। ਆਪਣੀ ਪ੍ਰੈਜ਼ੈਂਟੇਸ਼ਨ ਦੇ ਆਧਾਰ ਦੇ ਉੱਤੇ ਉਹ ਜਿੱਤ ਗਿਆ, ਤੁਹਾਨੂੰ ਸ਼ਾਹੀ ਪਨੀਰ ਦੇ ਮੁਕਾਬਲੇ ਆਲੂ ਗੋਭੀ ਖਵਾ ਗਿਆ। ਦੈਟ ਇਜ਼ ਪ੍ਰੈਜ਼ੈਂਟੇਸ਼ਨ। ਨਾਓ ਬੈਕ ਟੂ ਦ ਪੁਆਇੰਟ, ਇਹੀ ਚੀਜ਼ ਕਮਲਾ ਹੈਰਿਸ ਔਰ ਡੋਨਲਡ ਟਰੰਪ ਪ੍ਰੈਜ਼ੈਂਟ ਕਿੱਦਾਂ ਕਰਦੇ? ਇਹ ਵੋਟਰਾਂ ਦਾ ਮਨ ਮੋਹ ਲੈਂਦੇ ਨੇ। ਵੋਟਰਾਂ ਦਾ ਮਨ ਕਿੱਦਾਂ ਮੋਹਿਆ ਜਾਏ, ਉਹ ਪ੍ਰੈਜ਼ੈਂਟੇਸ਼ਨ ਦੇ ਆਧਾਰ ਦੇ ਉੱਤੇ ਹੀ ਹੋਏਗਾ। ਚਾਹੇ ਕੈਂਪੇਨਸ ਹੋਣ, ਚਾਹੇ ਰੈਲੀਜ਼ ਹੋਣ, ਚਾਹੇ ਪੋਡਕਾਸਟ ਹੋਵੇ, ਵੈਸੇ ਗੱਲਬਾਤ ਹੋਵੇ, ਮਿਲਣਾ ਮਿਲਾਣਾ ਹੋਵੇ, ਚਾਹੇ ਟੈਲੀਵਿਜ਼ਨ ਇੰਟਰਵਿਊਜ਼ ਹੋਣ, ਰੇਡੀਓ ਬ੍ਰੌਡਕਾਸਟ ਹੋਣ, ਵਾਟ ਐਵਰ, ਜਿੱਥੇ ਵੀ ਹੋਗੇ, ਲੋਕਾਂ ਦਾ ਮਨ ਮੋਹ ਲਵੋਗੇ ਤਾਂ ਲੋਕੀ ਤੁਹਾਡੇ ਵੱਲ ਆਉਣਗੇ। ਔਰ ਕਿਤੇ ਨਾ ਕਿਤੇ ਮਨ ਮੋਹਣ ਦੇ ਵਿੱਚ ਜਿਹੜੀ ਭਾਸ਼ਾ ਦਾ ਇਸਤੇਮਾਲ ਹੁੰਦਾ ਹੈ, ਉਹਦੇ ਉੱਤੇ ਤੇ ਆਬਜੈਕਸ਼ਨੇਬਲ ਭਾਸ਼ਾ ਹਮੇਸ਼ਾ ਡੋਨਲਡ ਟਰੰਪ ਦੀ ਕਹੀ ਜਾਂਦੀ ਹੈ। ਕਈ ਵਾਰ ਤਾਂ ਕਹਿੰਦੇ ਨੇ ਵਲਗੈਰਿਟੀ ਨੂੰ ਵੀ ਛੂਹ ਜਾਂਦੀ ਹੈ। And that is good observation, good observation of voters ਕਿ ਵਾਕਈ ਡੋਨਲਡ ਟਰੰਪ ਦੀ ਭਾਸ਼ਾ ਕਈ ਵਾਰ ਵਲਗੈਰਿਟੀ ਨੂੰ ਛੂਹ ਜਾਂਦੀ ਹੈ, ਜਿੱਦਾਂ ਦੇ ਉਹ ਕਮੈਂਟਸ ਕਰਦੇ ਨੇ ਕਮਲਾ ਹੈਰਿਸ ਦੇ ਉੱਤੇ। ਹਰ ਗੱਲ ਦੇਖਣ ਵਾਲੀ ਹੈ, ਹਰ ਗੱਲ ਕੋਖਣ ਵਾਲੀ ਹੈ, ਕਿਉਂਕਿ ਕੋਈ ਮਜ਼ਾਕ ਨਹੀਂ ਹੋ ਰਿਹਾ।
ਪ੍ਰੈਜ਼ੀਡੈਂਟ ਆਫ ਅਮਰੀਕਾ ਦੀ ਚੋਣ ਹੁੰਦੀ ਪਈ ਹੈ 4 ਸਾਲਾਂ ਵਾਸਤੇ। ਇਹ ਸਾਰੇ ਮੁੱਦੇ ਔਰ ਇਹਨਾਂ ਉੱਤੇ ਤੁਹਾਨੂੰ ਸਾਰਿਆਂ ਨੂੰ ਧਿਆਨ ਦੇਣਾ ਪਏਗਾ, ਬੀਇੰਗ ਐਕਟਿਵ ਸਿਟੀਜ਼ਨਸ, ਬੀਇੰਗ ਐਕਟਿਵ ਵੋਟਰਸ, ਕਿ ਕਿੱਦਾਂ ਦਾ ਅਮਰੀਕਾ ਦਾ ਫਿਊਚਰ ਚਾਹੀਦਾ, ਕਿੱਦਾਂ ਦਾ ਫਿਊਚਰ ਪ੍ਰੈਜ਼ੀਡੈਂਟ ਚਾਹੀਦਾ। That is the main question. First lady president of America ਚਾਹੀਦਾ ਜਾਂ ਫਿਰ second time ਡੋਨਲਡ ਟਰੰਪ ਦੀ second term ਚਾਹੀਦੀ ਹੈ। That is up to you. ਤੁਸੀਂ ਸੋਚਣਾ ਹੈ, ਤੁਸੀਂ ਵਿਚਾਰ ਕਰਨਾ। ਬਾਕੀ ਰਿਹਾ ਗਾਜ਼ਾ ਵਾਰ, ਯੂਕਰੇਨ ਵਾਰ, ਸੇਮ ਸਟੇਟਸ ਹੈ, ਕੋਈ ਮੰਨਣ ਨੂੰ ਤਿਆਰ ਨਹੀਂ, ਸੀਜ਼ ਫਾਇਰ ਕਰਨ ਨੂੰ ਤਿਆਰ ਨਹੀਂ, ਲੜਾਈਆਂ ਝਗੜੇ ਉਵੇਂ ਹੀ ਚੱਲਦੇ ਪਏ ਨੇ, ਉੱਦਾਂ ਹੀ ਹਥਿਆਰਾਂ ਦਾ ਇਸਤੇਮਾਲ ਹੋ ਰਿਹਾ ਹੈ, ਆਮ ਲੋਕਾਂ ਦੀ ਜਾਨ ਜਾ ਰਹੀ ਹੈ, ਵੱਡੀਆਂ ਵੱਡੀਆਂ ਗੱਲਾਂ, ਵੱਡੀਆਂ ਵੱਡੀਆਂ ਬਾਤਾਂ ਹੋ ਰਹੀਆਂ ਨੇ। ਪੋਲੀਟੀਕਲ ਲੀਡਰਸ ਆਪਣੇ ਪਾਵਰ ਦੇ ਨਸ਼ੇ ਦੇ ਵਿੱਚ ਧੁੱਤ ਆਪਣੀ ਮਨਮਰਜ਼ੀ ਕਰਦੇ ਪਏ ਨੇ ਔਰ ਆਮ ਜਨਤਾ ਤਰਾਹੀ ਤਰਾਹੀ ਕਰਦੀ ਪਈ ਹੈ। ਉਹਨਾਂ ਨੂੰ ਕੌਣ ਬਚਾਵੇ, ਉਹਨਾਂ ਦੀ ਕੌਣ ਸੁਣੇ? ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ UNO ਜਿੱਥੇ ਕਿਤੇ ਆਉਂਦੀ ਹੈ ਉਹਦੇ ਵੀ ਹੱਥ ਵੱਜੇ ਹੋਏ ਨੇ, ਰੌਲਾ ਹੀ ਪਾਈ ਜਾਂਦੀ ਆ, ਕਰਨ ਵਾਸਤੇ ਤੇ ਉਹਨਾਂ ਕੋਲ ਕੱਖ ਨਹੀਂ ਹੈਗਾ। ਕੀ ਕਰੇ? ਕੋਈ ਪਾਵਰ ਨਹੀਂ, ਕੋਈ ਆਰਮੀ ਨਹੀਂ, ਕੱਖ ਨਹੀਂ, ਰੌਲਾ ਹੀ ਹੈਗਾ। ਜਿੱਥੇ ਜਿੱਥੇ ਜਾਂਦੀ ਆ ਪਾਈ ਜਾਂਦੀ ਆ, ਪਾਈ ਜਾਂਦੀ ਆ, ਕੋਈ ਸੁਣ ਲਵੇ ਤਾਂ ਸੁਣ ਲਵੇ। ਹੁਣ ਕਈ ਵਾਰ ਇਹ ਵੀ ਸੋਚਿਆ ਜਾਂਦਾ ਕਿ ਇਹ ਆਰਗੇਨਾਈਜੇਸ਼ਨ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਬਣਾਈਆਂ ਹੋਈਆਂ ਨੇ, ਜਿਨ੍ਹਾਂ ਦੀ ਆਵਾਜ਼ ਕਿਸੇ ਨੇ ਸੁਣਨੀ ਹੀ ਨਹੀਂ, ਤੇ ਫਿਰ ਇਹ ਬਣਾਉਣ ਦੀ ਕੀ ਲੋੜ ਹੈ? ਤੇ ਜੇ ਬਣੀਆਂ ਹੋਈਆਂ ਨੇ ਇਹਦੇ ਵਿੱਚ ਕੁਝ ਚੇਂਜ ਕਰਨ ਦੀ ਲੋੜ ਹੈ, ਤੇ ਫਿਰ ਬਈ ਸਮੇਂ ਦੇ ਮੁਤਾਬਿਕ ਚੇਂਜ ਕਰੋ, ਸਮੇਂ ਦੀ ਲੋੜ ਹੈ। ਉਹ ਚੇਂਜ ਕਿਉਂ ਨਹੀਂ ਕਰਦੇ? ਇਹ ਚੇਂਜ ਨਾ ਕਰਨਾ, ਪੁਰਾਣਾ ਸਿਸਟਮ ਤੁਹਾਨੂੰ ਸੂਟ ਕਰਦਾ, ਇਸ ਕਰਕੇ ਚੇਂਜ ਨਹੀਂ ਕਰਦੇ ਪਏ। ਤਾਂ ਫਿਰ ਭਾਈ ਦੁਨੀਆ ਨੂੰ ਤੇ ਸੂਟ ਨਹੀਂ ਨਾ ਕਰਦਾ, ਲੋਕਾਂ ਨੂੰ ਤੇ ਸੂਟ ਨਹੀਂ ਕਰਦਾ। ਤੁਹਾਡੇ ਪੋਲੀਟੀਕਲ ਕੈਰੀਅਰ ਨੂੰ ਸੂਟ ਕਰਦਾ, ਤੁਹਾਡੀ ਪਾਵਰ ਨੂੰ ਸੂਟ ਕਰਦਾ, ਪਰ ਆਮ ਲੋਕਾਂ ਦੀ ਕੌਣ ਸੋਚੇਗਾ ਜਿਨ੍ਹਾਂ ਵਾਸਤੇ ਇਹ ਸਾਰੀਆਂ ਇੰਟਰਨੈਸ਼ਨਲ ਬਾਡੀਜ਼ ਬਣਾਈਆਂ ਗਈਆਂ ਨੇ, ਚਾਹੇ ਉਹ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਹੈ, ਚਾਹੇ ਵਰਲਡ ਬੈਂਕ ਹੈ, ਚਾਹੇ ਇੰਟਰਨੈਸ਼ਨਲ ਮੋਨਿਟਰੀ ਫੰਡ ਹੈ, ਚਾਹੇ ਜਿਹੜੀ ਇਹ ਸਬਮਿਟ ਹੋਈ ਸੀ ਵਰਲਡ ਇਕਨੋਮਿਕ ਫੋਰਮ ਹੈ ਨਾ, ਚਾਹੇ WTO ਹੈ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੈ। ਕਿਉਂਕਿ ਜਿਹੜੇ ਵੀ ਕੰਮ ਹੋਣ, ਆਪਾਂ ਪਹਿਲਾਂ ਹੀ ਗੱਲ ਕੀਤੀ, ਹਿਊਮਨ ਵੈਲ ਬੀਇੰਗ ਉਹਦਾ ਆਧਾਰ ਹੋਣਾ ਚਾਹੀਦਾ, ਸਰਬੱਤ ਦਾ ਭਲਾ। ਬਾਬਾ ਨਾਨਕ ਬਹੁਤ ਵਧੀਆ ਸਾਨੂੰ ਸਮਝਾ ਕੇ ਗਏ ਹੋਏ ਨੇ, ਸਰਬੱਤ ਦਾ ਭਲਾ। ਤੇ ਲਾਈਕਵਾਈਜ਼ ਅਮਰੀਕਾ ਦੀਆਂ ਇਲੈਕਸ਼ਨਸ ਦਾ ਰਿਜ਼ਲਟ ਵੀ ਉਹੀ ਹੋਣਾ ਚਾਹੀਦਾ, ਸਰਬੱਤ ਦਾ ਭਲਾ। ਕਿਉਂਕਿ ਪੂਰੀ ਦੁਨੀਆ ਅਮਰੀਕਾ ਦੀਆਂ ਇਲੈਕਸ਼ਨਸ ਦਾ ਰਿਜ਼ਲਟ ਦੇਖਣ ਵਾਸਤੇ ਤਿਆਰ ਬੈਠੀ ਆ ਔਰ ਅਮਰੀਕਾ ਦੀਆਂ ਇਲੈਕਸ਼ਨਸ ਦਾ ਰਿਜ਼ਲਟ ਪੂਰੀ ਦੁਨੀਆ ਦੇ ਉੱਤੇ ਪੈਣ ਵਾਲਾ ਹੈ। ਇਸ ਦਾ ਪ੍ਰਭਾਵ ਚਾਹੇ ਉਹ ਰਾਜਨੀਤੀ ਹੈ, ਚਾਹੇ ਉਹ ਇਕਨੋਮਿਕਸ, ਪੈਸਾ ਧੇਲਾ, ਹਰ ਫੀਲਡ ਦੇ ਉੱਤੇ ਅਸਰ ਪੈਣਾ। ਤੁਸੀਂ ਕੀ ਵਿਚਾਰ ਰੱਖਦੇ ਹੋ? ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਇੰਡੀਆ ਇੰਟਰਨੈਸ਼ਨਲ, ਮੈਂ ਹਾਂ ਸੰਜੀਵ ਯਸ਼ ਖੰਨਾ। ਸਤਿ ਸ਼੍ਰੀ ਅਕਾਲ।